श्री वाहिगुरु साहिब जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। धन 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 जन आया जिस प्रसाद सब जगत तराया। जन आवन का इह सुआओ जन कै संग चित आवे ना। आप मुकत मुकत करे संसार नानक तिस जन को सदा नमस्कार। वह प्रगट्यो मर्द अगमड़ा वरियाम अकेला। वाह वाह गोबिंद सिंह आपे गुर चेला। जेता जियो पिंड सब तेरा तू अंतर जामी पुरख भगवान। दासन दास कह जन नानक जिहा तू कराए तेहा हाँ करी बखियान। जुगो जुग अटल चबर छतर तखत दे मालक दसां पातशाहियां दी आत्मक जोत सर्ब सांझी वालता दे प्रतीक रब्बी ज्ञान दे मुजस्मे वालिए दो जहान शब्द गुर पीरा गहर गंभीरा बिन शब्द जग बौरानंग। धन धन साहिब श्री गुरु ग्रंथ साहिब महाराज सच्चे पातशाह जी दी पावन पवित्र निੱਘੀ गोद अंदर बड़े अदब सत्कार सहित जुड़ बैठी सतगुरां दी साजी नवाजी गुरु रूप गुरु खालसा साध संगत अदब सहित बख्शी होई गुर फतेह दी सांझ करो। वाहिगुरु जी का खालसा वाहिगुरु जी की फतेह। जिस पावन पवित्र अस्थान ते आपां सारे जुड़ बैठे हाँ, ये पावन अस्थान सतगुरु गुरु गोबिंद सिंह महाराज सच्चे पातशाह जी दे चरण छो प्राप्त अस्थान बादशाही बाग विखे साहिब गुरु गोबिंद सिंह महाराज सच्चे पातशाह जी का 354वां प्रकाश गुरपुरब मनाउण लई आपां सारे गुरु की हजूरी च एकत्र होए हैं। सतगुरु गुरु गोबिंद सिंह महाराज सच्चे पातशाह जिन्हां दी 42 कुछ साल लगभग शरीरक जामा धार के इस दुनिया चो रहे, पर इन्हां 42 सालां च उन्होंने जो कीर्तिमान स्थापित किए
जो कुछ वो इन्ने सालों में दुनिया ते कर गए, ना अज तक कोई कर सकिया ना कर सकेगा। सतगुरु गुरु गोबिंद सिंह महाराज सच्चे पातशाह, जिन्हां दे सत्कारयोग पिता गुरु तेग बहादुर साहब ਅਤੇ ਸਤਿਕਾਰਯੋਗ ਮਾਤਾ ਗੁਜਰੀ जी, ਆਪਾਂ ਨੂੰ ਇਸ ਗੱਲ ਦਾ ਵੀ ਮਾਣ ਹਾਸਲ ਹੈ, ਤੁਸੀਂ ਉਸ ਸ਼ਹਿਰ ਤੋਂ ਹੋ ਜਿੱਥੇ ਮਾਤਾ ਗੁਜਰੀ ਜੀ ਦਾ ਪੇਕਾ ਪਿੰਡ ਵੀ ਆਪਣੇ ਇੱਥੇ ਨੇੜੇ ਹੀ ਹੈ। ਬਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਪਨ ਦੇ ਕੁਝ ਦਿਨ ਗੁਰਦੁਆਰਾ ਗੇਂਦਸਰ ਸਾਹਿਬ ਭਾਨੋ ਖੇੜੀ, ਇੱਥੇ ਮਹਾਰਾਜ ਛੋਟੇ ਹੁੰਦੇ ਖੇਡਦੇ ਵੀ ਰਹੇ ਨੇ। ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਤਾ ਤੇ ਮਾਤਾ ਦੀ ਜਿੱਥੇ ਪਿਛਲੇ ਇੰਨੇ ਜਨਮਾਂ ਦੀ ਭਗਤੀ ਸੀ, ਉਥੇ ਇਸ ਜਨਮ ਦਾ ਵੀ ਤਪ ਬੜਾ ਲੰਮਾ ਹੈ। ਬਾਬੇ ਬਕਾਲੇ ਦੀ ਧਰਤੀ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ 23-24 ਸਾਲ ਤੋਂ ਵਧੇਰਾ ਸਮਾਂ, ਕੁਝ ਇਤਿਹਾਸਕਾਰ 26 ਸਾਲ ਕਹਿੰਦੇ ਨੇ, ਐਡਾ ਲੰਮਾ ਸਮਾਂ ਭੋਰੇ ਵਿੱਚ ਬਹਿ ਕੇ ਉਸ ਰੱਬ ਦੀ ਪਰਮਾਤਮਾ ਦੀ ਵਾਹਿਗੁਰੂ ਦੀ ਬੰਦਗੀ ਵਿੱਚ ਲੰਘਾਏ। ਜਿਸ ਵੇਲੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੋਤਰੇ ਨੂੰ ਦਿੱਤੀ ਹੈ, ਗੁਰੂ ਹਰਰਾਏ ਸਾਹਿਬ ਬਾਬਾ ਗੁਰਦਿੱਤਾ ਜੀ ਦਾ ਸਪੁੱਤਰ। ਪੁੱਤਰਾਂ ਦੇ ਹੁੰਦਿਆਂ ਗੱਦੀ ਜਿਹੜੀ ਇਹ ਪੋਤਰੇ ਨੂੰ ਦਿੱਤੀ ਹੈ, ਗੁਰੂ ਹਰਰਾਏ ਸਾਹਿਬ ਨੂੰ। ਗੁਰੂ ਹਰਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲਣ ਤੋਂ ਬਾਅਦ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਬਾਬੇ ਬਕਾਲੇ ਦੀ ਧਰਤੀ ਤੇ ਆ ਗਏ ਨੇ। ਤੇ ਧੰਨ ਧੰਨ ਮਾਤਾ ਗੁਜਰੀ ਜੀ ਜੇ ਪਤੀ ਪਰਮੇਸ਼ਰ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਦੀ ਬੰਦਗੀ ਵਿੱਚ ਲੱਗੇ ਨੇ, ਤੇ ਸਤਿਕਾਰਯੋਗ ਮਾਤਾ ਗੁਜਰੀ ਜੀ ਭੋਰੇ ਦੇ ਦਰਵਾਜ਼ੇ ਤੇ ਬਹਿ ਕੇ ਪਤੀ ਬ੍ਰਤਾ ਧਰਮ ਵਿੱਚ ਪਰਪੱਕ ਰਹਿੰਦਿਆਂ ਪਤੀ ਪਰਮੇਸ਼ਰ ਦੀ ਸੇਵਾ ਵਿੱਚ ਲੱਗੇ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਆਪਣੀ ਰਚਨਾ ਵਿੱਚ ਲਿਖਦੇ ਨੇ, ਤਾਤ ਮਾਤ ਮੁਰ ਅਲਖ ਅਰਾਧਾ ਬਹੁ ਬਿਦ ਜੋਗ ਸਾਧਨਾ ਸਾਧਾ। ਮੇਰੇ ਮਾਤਾ ਪਿਤਾ ਨੇ, ਬਚਿੱਤਰ ਨਾਟਕ ਵਿੱਚ ਆਪਾਂ ਉਹਨਾਂ ਦੀ ਰਚਨਾ ਪੜ੍ਹਨੇ ਆ। ਕਹਿੰਦੇ ਮੇਰੇ ਮਾਤਾ ਪਿਤਾ ਨੇ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਹਰੀ ਦੀ ਅਰਾਧਨਾ ਕੀਤੀ, ਸਿਮਰਨ ਕੀਤਾ, ਕਿਉਂਕਿ ਘਰ ਵਿੱਚ ਉਸ ਯੋਧੇ ਨੇ ਜਨਮ ਲੈਣਾ ਹੈ। ਤੁਲਸੀਦਾਸ ਆਪਣੀ ਰਚਨਾ ਵਿੱਚ ਲਿਖਦਾ ਹੈ, ਕਹਿੰਦਾ ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੇ ਤਾਂ ਜਨਨੀ ਬਾਂਝ ਰਹੇ, ਕਾਹੇ ਗਵਾਵੇ ਨੂਰ। ਜਨਨੀ ਕਹਿੰਦੇ ਨੇ ਜਨਮ ਦੇਣ ਵਾਲੀ ਮਾਤਾ ਨੂੰ। ਕਹਿੰਦੇ ਮਾਤਾ ਨੇ ਜੇ ਪੁੱਤਰ ਨੂੰ ਜਨਮ ਦੇਣਾ ਹੈ ਤੇ ਉਹਦੇ ਵਿੱਚ ਤਿੰਨਾਂ ਦੇ ਵਿੱਚੋਂ ਇੱਕ ਗੁਣ ਹੋਣਾ ਜ਼ਰੂਰ ਚਾਹੀਦਾ ਹੈ। ਜਾਂ ਤੇ ਉਹ ਭਗਤ ਹੋਵੇ, ਜਾਂ ਉਹ ਦਾਤਾ ਹੋਵੇ, ਦਾਨੀ ਹੋਵੇ, ਜਾਂ ਉਹ ਸੂਰਮਾ ਹੋਵੇ। ਜੇ ਤਿੰਨ ਗੁਣ ਨਹੀਂ ਗਏ ਤੇ ਫਿਰ ਉਸ ਮਾਂ ਨੇ ਐਸੀ ਔਲਾਦ ਨੂੰ ਜਨਮ ਹੀ ਕਿਉਂ ਦਿੱਤਾ? ਤੁਲਸੀਦਾਸ ਕਹਿੰਦਾ ਹੈ ਇਹਦੇ ਨਾਲੋਂ ਚੰਗਾ ਤੇ ਉਹ ਜਨਨੀ ਜਿਹੜੀ ਸੀ ਬਾਂਝੀ ਰਹਿੰਦੀ, ਔਲਾਦ ਨੂੰ ਜਨਮ ਹੀ ਨਾ ਦਿੰਦੀ, ਜੇ ਉਹ ਦਾਤਾ ਵੀ ਨਹੀਂ, ਦਾਨੀ ਵੀ ਨਹੀਂ, ਭਗਤ ਵੀ ਨਹੀਂ, ਸੂਰਮਾ ਵੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਵਰਗਾ ਸੂਰਮਾ, ਜਿਨ੍ਹਾਂ ਵਰਗਾ ਦਾਨੀ ਤੇ ਜਿਨ੍ਹਾਂ ਵਰਗਾ ਭਗਤ ਦੁਨੀਆ ਤੇ ਨਹੀਂ ਕੋਲਣਾ। ਕਿਸੇ ਨੇ ਸੋਨਾ ਦਾਨ ਕੀਤਾ, ਕਿਸੇ ਨੇ ਹੀਰੇ ਜਵਾਹਰਾਤ ਦਾਨ ਕੀਤੇ, ਕਿਸੇ ਨੇ ਧਨ ਦੌਲਤ ਜ਼ਮੀਨਾਂ ਜਾਇਦਾਦਾਂ ਦਾਨ ਕੀਤੀਆਂ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸ ਦਾਨੀ ਨੇ, ਜਿਨ੍ਹਾਂ ਨੇ ਆਪਣਾ ਸਰਬੰਸ ਵਾਰਿਆ
ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਲਿਖਦੇ ਨੇ, ਕਹਿੰਦੇ ਨੇ, ਮੇਰੇ ਮਾਤਾ ਪਿਤਾ ਨੇ ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਦੀ ਆਰਾਧਨਾ ਕੀਤੀ ਤੇ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਕਹਿੰਦੇ ਜਦੋਂ ਉਹਨਾਂ ਉਸ ਇੱਕ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਚਿੰਤਨ ਆਰਾਧਨਾ ਕੀਤੀ, ਉਹ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਫਿਰ ਪ੍ਰਸੰਨ ਹੋਇਆ ਤੇ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਨੇ ਤਿੰਨ ਪ੍ਰਭ ਜਨਮ ਕਲੂ ਮੈਂ ਲੀਆ, ਤਿੰਨ ਪ੍ਰਭ ਜਬ ਆਏ ਸਮੋਇ ਦੀਆ। ਕਹਿੰਦੇ ਫਿਰ ਉਸ ਪ੍ਰਭੂ ਪਰਮਾਤਮਾ ਨੇ ਮੈਨੂੰ ਆਗਿਆ ਕੀਤੀ, ਹੁਕਮ ਕੀਤਾ ਤੇ ਤਾਂ ਮੈਂ ਜਨਮ ਲੈ ਕੇ ਇਸ ਸੰਸਾਰ ਦੇ ਵਿੱਚ ਆਇਆ। ਚਿਤ ਨਾ ਭਇਓ ਹਮਰੋ ਆਵਣ ਕੋ, ਚੁਭੀ ਰਹੀ ਸੁਰਤ ਪ੍ਰਭ ਚਰਨਨ ਕੋ। ਮੇਰਾ ਆਉਣ ਨੂੰ ਚਿਤ ਨਹੀਂ ਸੀ ਕਰਦਾ, ਪਰ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਆਗਿਆ ਲੈ ਕੇ, ਉਹਦਾ ਹੁਕਮ ਲੈ ਕੇ ਮੈਂ ਇਸ ਦੁਨੀਆ ਦੇ ਵਿੱਚ ਆਉਣਾ ਕੀਤਾ। ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਬਚਿੱਤਰ ਨਾਟਕ ਵਿੱਚ ਹੀ ਜ਼ਿਕਰ ਕਰਦੇ ਨੇ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਸਾਧ ਸੰਗਤ 10 ਗੁਰੂਆਂ ਦੇ ਵਿੱਚੋਂ 9 ਗੁਰੂਆਂ ਦਾ ਜਨਮ ਅਸਥਾਨ ਪੰਜਾਬ ਦੀ ਧਰਤੀ ਹੈ। ਗੁਰੂ ਨਾਨਕ ਸਾਹਿਬ, ਉਹਨਾਂ ਦਾ ਜਨਮ ਨਨਕਾਣਾ ਸਾਹਿਬ ਹੋਇਆ ਹੈ ਪਾਕਿਸਤਾਨ 'ਚ। ਅੱਜ ਕੱਲ੍ਹ ਅਨਡਿਵਾਈਡ ਇੰਡੀਆ ਦਾ ਜਦੋਂ ਹਿੰਦੁਸਤਾਨ ਵੰਡਿਆ ਨਹੀਂ ਸੀ ਗਿਆ, ਉਹ ਪੰਜਾਬ ਦਾ ਹਿੱਸਾ ਸੀ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ 9 ਗੁਰੂਆਂ ਦਾ ਜਨਮ ਅਸਥਾਨ ਜਿਹੜਾ ਹੈ ਉਹ ਹੈ ਪੰਜਾਬ ਦੀ ਧਰਤੀ। ਚਾਹੇ ਉਹ ਦੂਸਰੇ ਪਾਤਸ਼ਾਹ ਨਾਂਗੇ ਮੱਤੇ ਦੀ ਸਰਾਂ, ਤੀਜੇ ਪਾਤਸ਼ਾਹ ਬਾਸਰ ਕੇ, ਚੌਥੇ ਪਾਤਸ਼ਾਹ ਚੂਨਾ ਮੰਡੀ ਲਾਹੌਰ, ਪੰਜਵੇਂ ਪਾਤਸ਼ਾਹ ਮਹਾਰਾਜ ਗੋਇੰਦਵਾਲ ਸਾਹਿਬ, ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਕੀ ਵਡਾਲੀ, ਸਾਰੇ ਗੁਰੂ ਸਾਹਿਬਾਨ, ਸੱਤਵੇਂ ਤੇ ਅੱਠਵੇਂ ਪਾਤਸ਼ਾਹ ਮਹਾਰਾਜ ਦਾ ਕੀਰਤਪੁਰ ਸਾਹਿਬ ਅਤੇ ਨੌਵੇਂ ਪਾਤਸ਼ਾਹ ਮਹਾਰਾਜ ਦਾ ਗੁਰੂ ਕਾ ਮਹਿਲ ਅੰਮ੍ਰਿਤਸਰ ਸਾਹਿਬ। ਕੇਵਲ 10ਵੇਂ ਪਾਤਸ਼ਾਹ ਮਹਾਰਾਜ ਦਾ ਅਵਤਾਰ ਪੰਜਾਬ ਤੋਂ ਬਾਹਰ ਹੁੰਦਾ ਹੈ, ਪਟਨਾ ਸਾਹਿਬ ਦੀ ਧਰਤੀ ਤੇ, ਜੋ ਖਾਲਸੇ ਦਾ ਤਖਤ ਹੈ, ਜਿਸ ਨੂੰ ਆਪਾਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਕਹਿੰਦੇ ਹਾਂ। ਵੇਖੋ, ਜਦੋਂ ਗੱਲ ਹਰਮੰਦਰ ਸਾਹਿਬ ਦੀ ਆਉਂਦੀ ਹੈ ਤੇ ਹਰ ਇੱਕ ਸਿੱਖ ਦੇ ਅੱਖਾਂ ਅੱਗੇ ਦਰਬਾਰ ਸਾਹਿਬ ਆ ਜਾਂਦਾ ਹੈ। ਤੇ ਪਟਨਾ ਸਾਹਿਬ ਦੇ ਤਖਤ ਦਾ ਨਾਮ ਕੌਮ ਨੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਲਿਖਿਆ। ਪਹਿਲਾਂ ਇਸ ਸ਼ਹਿਰ ਦਾ ਨਾਮ ਪਾਟਲ ਪੁੱਤਰ ਵੀ ਸੀ, ਫਿਰ ਇਹਦਾ ਨਾਮ ਬੜਾ ਲੰਮਾ ਸਮਾਂ ਪਟਨਾ ਰਿਹਾ, ਪਰ ਹੁਣ ਸਰਕਾਰੀ ਕਾਗਜ਼ਾਤ ਵਿੱਚ ਵੀ ਉਹਦਾ ਨਾਮ ਪਟਨਾ ਸਾਹਿਬ ਹੈ। ਸਟੇਸ਼ਨ ਦਾ ਨਾਮ, ਸ਼ਹਿਰ ਦਾ ਨਾਮ ਪਟਨਾ ਸਾਹਿਬ ਹੈ। ਕੁਝ ਇਤਿਹਾਸਕਾਰ ਕਹਿੰਦੇ ਨੇ ਇਹ ਸਾਲਸਰਾਏ ਜੌਹਰੀ ਦੀ ਹਵੇਲੀ ਸੀ, ਜਿੱਥੇ ਗੁਰੂ ਸਾਹਿਬ ਦਾ ਜਨਮ ਹੁੰਦਾ ਹੈ, ਅਵਤਾਰ ਹੁੰਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਪਹਿਲੇ ਜਾਮੇ 'ਚ ਦੀਨ ਦੁਨੀਆ ਦਾ ਭਲਾ ਕਰਨ ਲਈ ਨਿਕਲਦੇ ਨੇ ਉਦਾਸੀਆਂ 'ਚ, ਤੇ ਮਹਾਰਾਜ ਪਟਨਾ ਸਾਹਿਬ ਜਾਂਦੇ ਨੇ। ਸਾਲਸਰਾਏ ਜੌਹਰੀ ਕੋਲ ਆਪਾਂ ਸਾਖੀ ਸੁਣੀ ਹੈ, ਇੱਕ ਕੀਮਤੀ ਹੀਰਾ ਦੇ ਕੇ ਮਰਦਾਨੇ ਨੂੰ ਘੱਲਿਆ ਸੀ, ਜਾਂ ਮਰਦਾਨਿਆਂ ਜੇ ਤੈਨੂੰ ਭੁੱਖ ਲੱਗੀ ਹੈ ਕੁਝ ਖਾ ਲੈ। ਤੇ ਉਸ ਹੀਰੇ ਦਾ ਮੁੱਲ, ਸਬਜ਼ੀ ਵਾਲੇ ਨੇ ਆਖਿਆ 2 ਕਿਲੋ ਸਬਜ਼ੀ ਲੈ ਜਾ, ਹੋਰ ਤੈਨੂੰ ਪੱਥਰ ਦਾ ਕੀ ਦਿਆਂ। ਮਠਿਆਈ ਵਾਲੇ ਨੇ ਆਖਿਆ ਕਿਲੋ ਮਠਿਆਈ ਲੈ ਜਾ, ਹੋਰ ਇਸ ਪੱਥਰ ਦਾ ਕੀ ਹੋਣਾ ਹੀ। ਪਰ ਸਾਲਸਰਾਏ ਜੌਹਰੀ ਨੇ ਆਖਿਆ ਇਹਦਾ ਮੁੱਲ ਮੈਂ ਦੇ ਨਹੀਂ ਸਕਦਾ, ਐਡਾ ਕੀਮਤੀ ਹੈ। ਇਸ਼ਾਰਾ ਸੀ, ਰਮਜ ਸੀ, ਸਮਝਾਉਣ ਦੀ ਗੱਲ ਸੀ ਕਿ ਜਿਵੇਂ ਇਸ ਹੀਰੇ ਦੀ ਕੀਮਤ ਨੂੰ ਕੋਈ ਜਾਣਦਾ ਹੈ, ਇਵੇਂ ਇਹ ਮਨੁੱਖਾ ਜਨਮ ਕਿੱਡਾ ਕੀਮਤੀ ਹੈ, ਇਹਦੀ ਸਮਝ ਕਿਸੇ ਨੂੰ ਹੈ। ਮਹਾਰਾਜ ਨੇ ਬਾਣੀ 'ਚ ਲਿਖਿਆ ਨਾ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੀਰਿਆਂ ਵਰਗਾ ਕੀਮਤੀ। ਤੇ ਜਦੋਂ ਸਾਲਸਰਾਏ ਧੰਨ ਗੁਰੂ ਨਾਨਕ ਸਾਹਿਬ ਨੂੰ ਮਿਲਦਾ ਹੈ ਤੇ ਬਚਨ ਹੁੰਦੇ ਨੇ, ਦਰਸ਼ਨ ਦੀਦਾਰ ਹੁੰਦੇ ਨੇ, ਸਾਲਸਰਾਏ ਇੱਕ ਬੇਨਤੀ ਕਰਦਾ, ਮਹਾਰਾਜ ਕਿਰਪਾ ਕਰੋ, ਕੁਝ ਦਿਨ ਮੇਰੀ ਹਵੇਲੀ 'ਚ ਮੇਰੇ ਘਰ ਆ ਕੇ ਰੁਕਣਾ ਕਰੋ। ਤੇ ਗੁਰੂ ਨਾਨਕ ਸਾਹਿਬ ਕੀ ਬਚਨ ਕਰਦੇ ਨੇ, ਸਾਲਸਰਾਏ ਅੱਜ ਸਮਾਂ ਨਹੀਂ,
पर तेरे नाल वादा है, 10वें जामे जदों आवांगे अवतार तेरे घर लवांगे। वो सालसराय की हवेली, पटना साहिब की धरती, धन धन सो पिता, धन धन सो कुल, धन धन सो जननी, जिन गुरु जणिया माए। अज साहिब कमाल साहिब श्री गुरु तेग बहादुर साहिब जी के घर माता गुजरी जी की पवित्र कुख तो उस महान मर्द अगंबड़े सतगुरु का अवतार हुंदा है 1666। साध संगत, पिता गुरु तेग बहादुर साहब उस वेले भी घर नहीं, ढाके बंगाल की धरती ते संगत नूं गुरु नानक दे घर नाल जोड़ रहे ने। ते याद रखियो, जदों गुरु तेग बहादुर साहब सच्चे पातशाह नूं पुत्र दे जन्म की खबर मिलती है ना, जे कोई साडे वर्गा गृहस्थी होवे भी जिदे घर 30-32 साल बाद रब ने औलाद दिती है, सारे काम छड्ड के बंदा भज पैंदा मैं जाके अपने पुत दे दर्शन करां, लोग मैनूं बधाइयां देण आउंदे होणगे। बड़ी वड्डी दात है गृहस्थी वास्ते ना, औलाद जिहड़ी बड़ी वड्डी सुगात है। गुरु अर्जन देव साहब सच्चे पातशाह के घर जदों गुरु हरगोबिंद साहब महाराज का अवतार हुंदा तो उन्हें अपनी बाणी च लिखिया, वधी वेल बहु पीढ़ी चाली, धर्म कला हर बंद बहादी। महाराज ने बाणी च लिखिया, जिवें सिफत कीतियां रब की उस्तत कीतियां रब्बी दरबार विच सांझ पैंदी है, इसे तरह पुत्ती गंढ पवै संसार। पुत्तरां नाल औलाद नाल संसार दे विच गंढ पैंदी, भाव की वेल अगां वधदी है, समाजिक सांझा अगां होर गूढ़ियां हुंदियां ने। पर साहब श्री गुरु तेग बहादुर साहब ने हुक्मनामा लिख भेजिया भी बालक का नाम गोबिंद राय रखो। आप उस तरह दीन दुनिया का भला कर रहे हैं। तो साध संगत, इधर जदों साहब गुरु गोबिंद सिंह महाराज का अवतार हुंदा है तो कड़ाम दे रहन वाले पीर भीखम शाह, वेखो अज वर्गे साधन नहीं, ना कोई टैलीफोन है ना मोबाइल है, दिल दीयां तारां जुड़ियां ने, क्योंकि जेड़े रब नाल जुड़ जांदे ने उन्हां दी रमज उही जाणदे ने। फकीर लोग, फकीर नूं सुझ गया कि जिस अल्लाह ताला नूं मैं हर रोज़ नमाज करन लग्गिया लहिंदे वल सीस झुकाना, वो अज 5 तत्तां दा शरीर लैके पटना साहिब आ गया है। अज नमाज करन लग्गिया सिजदा चढ़दे वल नूं कीता, लहिंदे वल नहीं। पुछया चेलियां ने, मुरीदां ने, पीर जी अज इस्लाम धर्म दे उल्ट नमाज क्यों कीती? आखिया भाई, जिन्हों रोज़ सिजदा करते सां वो अज चढ़दे वल है। बस उस वेले तुर पे, क्योंकि जिहड़ा गुरु नानक दा घर है ना, ये सारियां दा है, सांझा है। इस घर विच कोई आवे, गुरुद्वारा साहब किसी नूं आउण दी पाबंदी नहीं गई, कोई आवे, हिंदू आवे, मुसलम आवे, जैनी आवे, बोधी आवे। साध संगत, इस्लाम धर्म का केंद्री अस्थान मक्का मदीना है, सऊदी अरबिया की धरती ते। उत्थे हाजी लोग जाते ने हज करन, पर उत्थे मुसलमान तो बिना दूजा कोई जा नहीं सकता। उहदे कोलों जिहड़ी सड़क लंघदी है ना, उस सड़क तो भी नॉन मुसलम गुजर नहीं सकता, अंदर जाना तो दूर की बात। इसे तरह हिंदू धर्म के अंदर भी वड्डे वड्डे मंदिरां कुछ लोगों की जान ते पाबंदी है, क्योंकि पंडित ने खत्तरी ब्राह्मण सूद ते वैश्य 4 वर्णा च लोगों को वंडिया है। शूदर नूं अज भी वरजिया जाता, तू मंदिर नहीं जा सकता।
ਆ ਸਾਡੀ ਸਮੇਂ ਦੀ ਹਕੂਮਤ ਹੈ ਜੋ ਦਿੱਲੀ ਦੇ ਤਖਤ ਤੇ ਬੈਠੀ ਹੈ, ਇਹ BJP RSS ਵਾਲੇ, ਇਹਨਾਂ ਦਾ ਬੜਾ ਪਿਛਲੇ ਲੰਮੇ ਸਮੇਂ ਤੋਂ ਇੱਕ ਏਜੰਡਾ ਸੀ, ਰਾਮ ਮੰਦਿਰ ਬਣਾਉਣਾ ਹੈ ਅਯੋਧਿਆ 'ਚ। ਚਲੋ ਇਹਨਾਂ ਦੀ ਸਰਕਾਰ ਆ ਗਈ, ਸਪਸ਼ਟ ਬਹੁਮਤ ਆ ਗਿਆ, ਸਾਰਾ ਕੁਝ ਖਰੀਦ ਲਿਆ, ਸੁਪਰੀਮ ਕੋਰਟ ਦੇ ਵਕੀਲ ਤੱਕ ਵਿਕ ਗਏ, ਫੈਸਲਾ ਆਪਣੇ ਹੱਕ 'ਚ ਹੋ ਗਿਆ। ਜਿੱਦਣ ਇਹਨਾਂ ਨੇ ਰਾਮ ਮੰਦਿਰ ਦੀ ਨੀਂਹ ਰੱਖਣੀ ਸੀ, ਉਸ ਦਿਨ ਜਿਹੜਾ ਸਾਡੇ ਹਿੰਦੁਸਤਾਨ ਦਾ ਫਸਟ ਨਾਗਰਿਕ ਹੁੰਦਾ ਹੈ ਨਾ, ਸਾਡਾ ਪ੍ਰੈਜ਼ੀਡੈਂਟ ਹੈ, ਰਾਸ਼ਟਰਪਤੀ ਹੈ, ਉਸ ਰਾਸ਼ਟਰਪਤੀ ਨੂੰ ਇਹਨਾਂ ਉੱਥੇ ਨਹੀਂ ਸੱਦਿਆ। ਕਿਉਂ? ਕਿਉਂਕਿ ਉਹ ਸ਼ਡਿਊਲ ਕਾਸਟ ਹੈ ਰਾਸ਼ਟਰਪਤੀ ਹਿੰਦੁਸਤਾਨ ਦਾ, ਕੰਟਰੀ ਦਾ ਫਸਟ ਨਾਗਰਿਕ ਹੈ, ਪਰ ਮਨੂ ਸਿਮਰਤੀ ਕਹਿੰਦੀ ਹੈ ਸ਼ਡਿਊਲ ਕਾਸਟ ਹੈ, ਨਹੀਂ ਆ ਸਕਦਾ। ਗੁਰੂ ਨਾਨਕ ਦੇ ਘਰ 'ਚ ਐਸਾ ਨਹੀਂ ਗਾ। ਗੁਰੂ ਨਾਨਕ ਦੇ ਘਰ ਦੀ, ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇੱਕ ਦਿਨ ਬਾਣੀ ਪੜ੍ਹ ਰਿਹਾ ਤੇ ਭਗਤ ਨਾਮਦੇਵ ਸਾਹਿਬ ਦਾ ਸ਼ਬਦ ਆ ਗਿਆ, ਜਿਹਦੇ 'ਚ ਉਹਨਾਂ ਆਪਣਾ ਜ਼ਿਕਰ ਕੀਤਾ ਵੀ ਮੈਨੂੰ ਮੰਦਿਰ 'ਚੋਂ ਧੱਕੇ ਕਿਵੇਂ ਪਏ ਸਨ। ਹਸਤ ਖੇਲਤ ਤੇਰੇ ਦਿਉਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹੀਨੜੀ ਜਾਤ ਮੇਰੀ ਜਾਦ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਉਹਨਾਂ ਨੇ ਆਪਣੀ ਜੋ ਉਹਨਾਂ ਨਾਲ ਵਾਪਰੀ, ਉਹਨਾਂ ਨੇ ਆਪਣੀ ਬਾਣੀ 'ਚ ਲਿਖਿਆ, ਕਹਿੰਦੇ ਮੈਂ ਹੱਸਦਾ ਖੇਡਦਾ ਮੰਦਿਰ ਚਲਾ ਗਿਆ। ਮੰਦਿਰ ਰੱਬ ਦਾ ਘਰ ਹੈ। ਪੁਜਾਰੀ ਨੇ ਕਿਹਾ ਮੰਦਿਰ 'ਚ ਰੱਬ ਰਹਿੰਦਾ ਹੈ, ਮੈਂ ਵੀ ਚਲਾ ਗਿਆ। ਜਦੋਂ ਮੰਦਿਰ ਦੇ ਅੰਦਰ ਪ੍ਰਵੇਸ਼ ਕੀਤਾ, ਪੁਜਾਰੀ ਨੇ ਵੇਖਿਆ ਨਾਮਦੇਵ ਛੀਂਬਾ ਸ਼ੂਦਰ ਮੰਦਿਰ 'ਚ ਕਿਵੇਂ ਵੜ ਗਿਆ, ਬਾਹੋਂ ਫੜ ਕੇ ਬਾਹਰ ਕੱਢ ਦਿੱਤਾ। ਬਾਹਰ ਆਉਂਦਾ ਹੁੰਦਾ ਮਨ 'ਚ ਸੋਚਦਾ, ਰੱਬਾ ਜੇ ਭਗਤ ਬਣਾਉਣਾ ਸੀ ਤੇ ਛੀਂਬਿਆਂ ਘਰ ਜਨਮ ਕਿਉਂ ਦਿੱਤਾ? ਅੱਜ ਧੱਕੇ ਪਏ ਨੇ ਮੰਦਿਰ 'ਚੋਂ। ਕੰਬਲੀ ਚੁੱਕੀ, ਮੰਦਿਰ ਦੇ ਪਿੱਛੇ ਜਾ ਕੇ ਬਹਿ ਗਿਆ। ਤੇ ਉਹਨਾਂ ਨੇ ਫਿਰ ਆਪਣੀ ਬਾਣੀ 'ਚ ਲਿਖਿਆ ਨਾ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾਂ ਕੋ ਦਿਉਰਾ ਫਿਰੈ। ਗੁਰੂ ਰਾਮਦਾਸ ਮਹਾਰਾਜ ਵੀ ਲਿਖਦੇ ਨੇ, ਆਪਾਂ ਪੜ੍ਹਨੇ ਆ, ਅੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਮਨ 'ਚ ਖਿਆਲ ਆਇਆ, ਹੈ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ, ਤੇਰੇ ਘਰ ਦੀ ਗਲਵੱਕੜੀ ਕਿੱਡੀ ਵੱਡੀ ਹੈ। ਜਿਸ ਨਾਮਦੇਵ ਨੂੰ ਮੰਦਿਰੋਂ ਧੱਕੇ ਪਏ, ਪੰਜਵੇਂ ਨਾਨਕ ਗੁਰੂ ਅਰਜਨ ਦੇਵ ਸਾਹਿਬ ਨੇ ਉਸੇ ਨਾਮਦੇਵ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ, ਤੇ ਉਸ ਨਾਮਦੇਵ ਨੂੰ ਹਰਮੰਦਰ 'ਚ ਬਿਠਾ ਲਿਆ ਆਪਣੇ ਨਾਲ, ਜਿਹਨੂੰ ਲੋਕ ਆਂਦੇ ਸਨ ਚੂਦਰੇ। ਸਮੇਂ ਦੇ ਭਗਤਾਂ ਨੇ ਸਵਾਲ ਕੀਤਾ ਗੁਰੂ ਅਰਜਨ ਦੇਵ ਸਾਹਿਬ ਤੇ ਕਿ ਇਹ ਕਿਵੇਂ ਹੋ ਗਿਆ ਜੀ? ਨਾਮਦੇਵ ਸ਼ੀਂਬਾ, ਕਬੀਰ ਜੁਲਾਹਾ, ਰਵਿਦਾਸ ਚਮਾਰ, ਸੈਣ ਨਾਈ, ਤੁਸੀਂ ਇਹਨਾਂ ਸਾਰਿਆਂ ਦੀ ਬਾਣੀ ਦਰਜ ਕਰੀ ਹੁੰਦੇ ਹੋ। ਤੇ ਉਹਨਾਂ ਨੇ ਕਿਹਾ ਸੀ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ। ਬੁਨਣਾ ਤਰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੁਲਾਹਰਾ ਭਇਓ ਗੁਣੀ ਗਹੀਰਾ। ਉਹ ਨਾਮਦੇਵ ਅੱਜ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਗੁਰੂਆਂ ਦੇ ਨਾਲ ਬੈਠੇ ਨੇ, ਕਿਉਂਕਿ ਗੁਰੂ ਨਾਨਕ ਦੇ ਘਰ 'ਚ ਊਚ ਨੀਚ ਜਾਤ ਪਾਤ ਦਾ ਕੋਈ ਵਿਤਕਰਾ ਨਹੀਂ ਗਾ। ਹੁਣ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰ ਹੁੰਦਾ ਹੈ, ਤੇ ਇੱਕ ਮੁਸਲਮਾਨ ਪੀਰ ਭੀਖਮ ਸ਼ਾਹ ਜਿੱਥੇ ਨਮਾਜ਼ ਦਾ ਰੁੱਖ ਬਦਲ ਦਿੰਦਾ, ਉੱਥੇ ਤੁਰ ਪੈਂਦਾ ਗੁਰੂ ਦੇ ਦਰਸ਼ਨਾਂ ਨੂੰ। ਕਿਉਂਕਿ ਗੁਰੂ ਨਾਨਕ ਦਾ ਘਰ ਜਿਹੜਾ ਹੈ ਉਹ ਸਾਨੂੰ ਕੁਦਰਤ ਦੇ ਕਰਤੇ ਦੀ ਬਣਾਈ ਹੋਈ ਕੁਦਰਤ ਵਿੱਚੋਂ ਰੱਬ ਦੇ ਦਰਸ਼ਨ ਕਰਨ ਦੀ ਪ੍ਰੇਰਣਾ ਕਰਦਾ ਹੈ। ਮਹਾਰਾਜ ਨੇ ਖਲਕਤ ਵਿੱਚ ਉਸ ਦਾਤੇ ਦੀ ਵਸਣ ਦੀ ਗੱਲ ਕੀਤੀ ਹੈ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਉਹ ਸਭ ਵਿੱਚ ਹੈ। ਹੁਣ ਪੀਰ ਭੀਖਮ ਸ਼ਾਹ ਪਹੁੰਚਦੇ ਨੇ, ਮਾਮਾ ਕਿਰਪਾਲ ਚੰਦ ਹੋਰ ਸਿੱਖ ਜਿਹੜੇ ਨੇ ਦਰਸ਼ਨ ਨਹੀਂ ਕਰਾ ਰਹੇ। ਪੀਰ ਭੀਖਮ ਸ਼ਾਹ ਕਹਿੰਦਾ ਉਨੀ ਦੇਰ ਕੁਝ ਖਾਵਾਂਗਾ ਨਹੀਂ ਜਿੰਨੀ ਦੇਰ ਦਰਸ਼ਨ ਨਹੀਂ ਹੋਣਗੇ, ਮੂੰਹ ਨਹੀਂ ਲਾਵਾਂਗਾ ਅੰਨ ਦਾ ਦਾਣਾ। ਜਦੋਂ ਦਰਸ਼ਨ ਹੋਏ
ਤੇ ਪੀਰ ਭੀਖਮ ਸ਼ਾਹ 2 ਕੁੱਜੀਆਂ ਨਾਲ ਲੈ ਕੇ ਗਿਆ ਹੈ। ਕੋਈ ਕਹਿੰਦੇ ਉਹਦੇ 'ਚ ਮਠਿਆਈ ਸੀ, ਕੋਈ ਕਹਿੰਦਾ ਇੱਕ 'ਚ ਦੁੱਧ ਸੀ, ਇੱਕ 'ਚ ਪਾਣੀ ਸੀ, ਕੁਝ ਵੀ ਸੀ, ਰਮਜ ਸੀ ਫਕੀਰ ਦੀ। ਜੇ ਇਹਦੇ ਤੇ ਹੱਥ ਰੱਖੇਗਾ ਇਹ ਹਿੰਦੂਆਂ ਦਾ, ਜੇ ਇਹਦੇ ਤੇ ਰੱਖੇਗਾ ਮੁਸਲਮਾਨਾਂ ਦਾ। 2 ਹੀ ਮਜ਼ਹਬ ਸਨ ਉਦੋਂ। ਜਦੋਂ ਕੁੱਜੀਆਂ ਅੱਗੇ ਕੀਤੀਆਂ ਤੇ ਗੁਰੂ ਨਾਨਕ ਦੇ 10ਵੇਂ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਨੰਨੇ ਛੋਟੇ ਹੱਥ ਦੋਵਾਂ ਕੁੱਜੀਆਂ ਤੇ ਰੱਖ ਦਿੱਤੇ। ਇਹ ਦੋਵਾਂ ਦਾ ਹੈ, ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇ ਘਰ 'ਚ ਮਜ਼ਹਬ ਦੀ ਗੱਲ ਨਹੀਂ ਗਈ। ਪੁੱਛਿਆ ਸੀ ਗੁਰੂ ਨਾਨਕ ਨੂੰ ਪਹਿਲੇ ਜਾਮੇ 'ਚ, ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ? ਜਦੋਂ ਮਹਾਰਾਜ ਮੱਕੇ ਮਦੀਨੇ ਗਏ ਸਨ, ਪੜ੍ਹਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ, ਪੁੱਛਣ ਗੱਲ ਈਮਾਨ ਦੀ, ਗਾਜੀ ਮੁੱਲਾਂ ਇਕੱਠੇ ਹੋਈ, ਵੱਡਾ ਸੰਗ ਵਰਤਾਇਆ, ਲਖ ਨਾ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨੋਈ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਬੰਦੇ ਦਾ ਕਿਰਦਾਰ, ਬੰਦੇ ਦੇ ਅਮਲ, ਬੰਦੇ ਦਾ ਕਰੈਕਟਰ ਵੱਡਾ ਹੈ, ਜਾਤ ਜਾਂ ਮਜ਼ਹਬ ਵੱਡੀ ਨਹੀਂ। ਹੁਣ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਬਚਪਨ ਦੇ 6 ਸਾਲ ਦਾ ਸਮਾਂ ਪਟਨਾ ਸਾਹਿਬ ਦੀ ਧਰਤੀ ਤੇ ਗੁਜ਼ਾਰਿਆ ਹੈ। ਉੱਥੇ ਰਾਜਾ ਜੈ ਚੰਦ ਨੂੰ, ਪੰਡਤ ਸ਼ਿਵਦੱਤ ਨੂੰ, ਰਾਣੀ ਮੈਣੀ ਨੂੰ ਤੇ ਉਹ ਬਜ਼ੁਰਗ ਮਾਤਾ ਜੋ ਇੱਕ ਹਾਂਡੀ ਵਿੱਚ ਖਿਚੜੀ ਬਣਾ ਕੇ ਯਾਦ ਕਰਦੀ ਹੈ, ਉਹਨੂੰ ਵੀ ਦਰਸ਼ਨ ਦੇ ਕੇ ਨਵਾਜਿਆ ਹੈ। ਤੇ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਰਚਨਾ ਵਿੱਚ ਇੱਕ ਜ਼ਿਕਰ ਕੀਤਾ। ਉਹਨੇ ਕਿਹਾ, ਮੈਂ ਜਗਤ ਦਾ ਤਮਾਸ਼ਾ ਵੇਖਣ ਆਇਆ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਤੇ ਜਿਹੜਾ ਤਮਾਸ਼ਾ ਹੁੰਦਾ ਨਾ, ਤਮਾਸ਼ੇ ਵਿੱਚ ਬੰਦਾ ਕਦੀ ਖੁੱਭਦਾ ਨਹੀਂਗਾ। ਪੁਰਾਣੇ ਸਮਿਆਂ 'ਚ ਲੋਕ ਪ੍ਰੈਕਟੀਕਲ ਤਮਾਸ਼ੇ ਕਰਕੇ ਵਿਖਾਉਂਦੇ ਸਨ। ਅੱਜ ਕੱਲ੍ਹ ਟੈਲੀਵਿਜ਼ਨ 'ਤੇ ਚੱਲਦਾ ਤਮਾਸ਼ਾ। ਹੁਣ ਆਪਾਂ ਤਮਾਸ਼ਾ ਵੇਖਦੇ ਹਾਂ, ਉਸ ਤਮਾਸ਼ੇ ਵਿੱਚ ਟੈਲੀਵਿਜ਼ਨ 'ਚ ਕਈ ਵਾਰੀ ਕਈ ਬੰਦਿਆਂ ਨੂੰ ਮਾਰ ਦਿੰਦੇ ਨੇ, ਪਰ ਆਪਾਂ ਨੂੰ ਪਤਾ ਨਕਲੀ ਹੈ, ਤਮਾਸ਼ਾ ਹੈ, ਖੁੱਭਦਾ ਨਹੀਂ ਬੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਪੂਰੇ 42 ਸਾਲ ਦੀ ਜ਼ਿੰਦਗੀ ਵਿੱਚ ਇਸ ਜਗਤ ਤਮਾਸ਼ੇ ਵਿੱਚ ਖੁੱਭੇ ਨਹੀਂ। ਜੇ ਪਟਨਾ ਸਾਹਿਬ ਦੀ ਧਰਤੀ ਤੇ ਹੱਥ ਵਿੱਚ 2 ਸੋਨੇ ਦੇ ਕੀਮਤੀ ਕੰਗਣ ਪਾਏ ਨੇ, ਇੱਕ ਲਾ ਕੇ ਗੰਗਾ 'ਚ ਸੁੱਟਿਆ। ਮਾਤਾ ਜੀ ਨੇ ਪੁੱਛਿਆ, ਪੁੱਤਰ ਕੰਗਣ ਕਿੱਥੇ ਵੇ? ਦੂਜਾ ਵੀ ਲਾ ਕੇ ਉਹ ਮਾਰਿਆ, ਉੱਥੇ ਹੈ। ਦੋਵੇਂ ਸੁੱਟ ਦਿੱਤੇ। ਤੇ ਜੇ ਆਪਣੀ ਜ਼ਿੰਦਗੀ ਦੇ ਅਖੀਰ ਵਿੱਚ ਨੰਦੇੜ ਸਾਹਿਬ ਦੀ ਧਰਤੀ ਤੇ ਜਾ ਕੇ ਬਾਦਸ਼ਾਹ ਨੇ ਕੀਮਤੀ ਹੀਰਾ ਦਿੱਤਾ ਹੈ, ਭੇਟ ਕੀਤਾ ਹੈ, ਤੇ ਉਹ ਹੀਰਾ ਵੀ ਗੋਦਾਵਰੀ 'ਚ ਸੁੱਟ ਦਿੱਤਾ ਹੈ। ਗੁਰਦੁਆਰਾ ਆਪਾਂ ਹਜ਼ੂਰ ਸਾਹਿਬ ਜਾਂਦੇ ਹਾਂ, ਹੀਰਾ ਘਾਟ, ਉਹ ਕੀਮਤੀ ਹੀਰਾ ਵੀ ਸੁੱਟ ਦਿੱਤਾ ਹੈ। ਬਾਦਸ਼ਾਹ ਨੇ ਆਖਿਆ, ਕਮਾਲ ਹੋ ਗਈ, ਤੁਹਾਨੂੰ ਹੀਰੇ ਦੀ ਕਦਰ ਹੀ ਨਹੀਂ। ਪਰ ਮਹਾਰਾਜ ਨੇ ਕਦੀ ਵੀ ਸੰਸਾਰ ਦੇ ਮੋਹ ਵਿੱਚ ਖੁੱਭੇ ਨਹੀਂ ਗਏ। 6 ਸਾਲ ਦਾ ਸਮਾਂ ਪਟਨਾ ਸਾਹਿਬ ਦੀ ਧਰਤੀ ਤੇ ਗੁਜ਼ਾਰਿਆ ਹੈ। ਤੇ ਫਿਰ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਦੋਂ ਆਪਣੇ ਪ੍ਰਚਾਰ ਦੌਰੇ ਤੋਂ ਵਾਪਸ ਪਟਨਾ ਸਾਹਿਬ ਆਉਂਦੇ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਮਦਰ ਦੇਸ਼ ਹਮ ਕੋ ਲੈ ਆਏ। ਮਹਾਰਾਜ ਜ਼ਿਕਰ ਕਰਦੇ ਨੇ ਬਚਿੱਤਰ ਨਾਟਕ 'ਚ। ਮਹਾਰਾਜ ਸੱਚੇ ਪਾਤਸ਼ਾਹ ਪਰਿਵਾਰ ਸਮੇਤ ਫਿਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਜਾਂਦੇ ਨੇ। ਜਿਸ ਆਨੰਦਪੁਰ ਸਾਹਿਬ ਦਾ ਪਹਿਲਾ ਨਾਮ ਸੀ ਮਾਖੋਵਾਲ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਇਸ ਨਗਰ ਦਾ ਨਾਮ ਆਪਣੀ ਮਾਤਾ ਦੇ ਨਾਂ ਤੇ ਚੱਕ ਨਾਨਕੀ ਰੱਖਿਆ। ਤੇ ਸਾਧ ਸੰਗਤ ਫਿਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਿਵਾਰ ਸਮੇਤ ਇੱਥੇ ਆ ਗਏ ਨੇ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਹੋਰ ਸਾਰੀਆਂ ਸੰਗਤਾਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ 29 ਸਾਲ ਦੇ ਨੇੜੇ ਤੇੜੇ ਲਗਭਗ ਸਮਾਂ ਉਹਨਾਂ ਨੇ ਇੱਥੇ ਗੁਜ਼ਾਰਿਆ ਹੈ। 3 ਸਾਲ ਤੇ ਕੁਝ ਦਿਨ ਮਹਾਰਾਜ ਪਾਉਂਟਾ ਸਾਹਿਬ ਰਹੇ ਨੇ।
ਤੇ 1704 ਚ ਅਨੰਦਪੁਰ ਛੱਡਦੇ ਨੇ ਤੇ 1708 ਵਿੱਚ ਪ੍ਰਭ ਪੁਰਬ ਕਰਦੇ ਨੇ। 42 ਸਾਲ ਦੇ ਨੇੜੇ ਇਹ ਆਰਬਲਾ ਬਣਦੀ ਹੈ। ਹੁਣ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਨੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਉਮਰ ਉਸ ਵੇਲੇ ਤਕਰੀਬਨ 9 ਕੁ ਸਾਲ ਦੀ ਏ, ਜਦੋਂ ਸਮੇਂ ਦੀ ਹਕੂਮਤ ਦੀ ਬਾਗਡੋਰ ਇੱਕ ਉਸ ਜ਼ੁਲਮੀ ਬਾਦਸ਼ਾਹ ਦੇ ਹੱਥ ਆਉਂਦੀ ਏ, ਜਿਨੇ ਰਾਜ ਦੀ ਪ੍ਰਾਪਤੀ ਲਈ ਆਪਣੇ ਪਿਓ ਨੂੰ ਜੇਲ੍ਹ 'ਚ ਸੁੱਟਿਆ, ਆਪਣੇ ਭਰਾਵਾਂ ਦਾ ਕਤਲ ਕੀਤਾ, ਆਪਣੀ ਭੈਣ ਨੂੰ ਕੈਦ ਕੀਤਾ, ਔਰੰਗਜ਼ੇਬ। ਹੁਣ ਵੇਖੋ, ਜਿਹੜਾ ਬੰਦਾ ਰਾਜ ਪ੍ਰਾਪਤੀ ਲਈ ਆਪਣੇ ਭਰਾਵਾਂ ਤੱਕ ਨੂੰ ਮਾਰ ਸਕਦਾ ਹੈ, ਉਹਨੇ ਪ੍ਰਜਾ ਦੇ ਨਾਲ ਕਿੰਨਾ ਕੁ ਨਿਆਂ ਕਰਨਾ ਹੈ। ਹੁਣ ਜਦੋਂ ਗੱਦੀ ਹਾਸਲ ਹੋਈ ਤੇ ਉਹਨੇ ਗੱਦੀ ਤੇ ਬੈਠਦਿਆਂ ਸਾਰ ਇੱਕ ਐਲਾਨ ਕੀਤਾ ਕਿ ਪੂਰੇ ਮੁਲਕ ਅੰਦਰ ਇੱਕੋ ਧਰਮ ਹੋਏਗਾ, ਇਸਲਾਮ। ਕੋਈ ਮੰਦਰ ਨਾ ਰਵੇ, ਕੋਈ ਮੂਰਤੀ ਨਾ ਰਵੇ। ਇੱਥੋਂ ਤੱਕ ਕਹਿੰਦੇ ਨੇ ਵੀ ਮਿੱਟੀ ਦੇ ਖਿਡੌਣਿਆਂ ਤੇ ਵੀ ਪਾਬੰਦੀ ਲੱਗ ਗਈ ਸੀ, ਵੀ ਕੋਈ ਛੋਟਾ ਜਿਹਾ ਮਿੱਟੀ ਦੀ ਮੂਰਤੀ ਬਣਾ ਕੇ ਨਾ ਪੂਜੀ ਜਾਏ ਆਪਣੇ ਘਰ ਵਿੱਚ ਰੱਖ ਕੇ। ਤਿਲਕ ਤੇ ਜੰਜੂ ਲੈਣੇ ਸ਼ੁਰੂ ਹੋ ਗਏ ਤੇ ਉਸ ਵੇਲੇ ਇਹਨਾਂ ਪੰਡਤ ਲੋਕਾਂ ਨੇ ਬੜੀ ਥਾਈਂ ਆਰਤੀਆਂ ਕੀਤੀਆਂ, ਅਰਦਾਸਾਂ ਕੀਤੀਆਂ, ਕਿਸੇ ਨਾ ਸੁਣੀ। ਹਾਰ ਕੇ ਥੱਕ ਕੇ ਅਨੰਦਪੁਰ ਸਾਹਿਬ ਆਉਂਦੇ ਨੇ ਤੇ ਆ ਕੇ ਬੇਨਤੀ ਕਰਦੇ ਨੇ। ਪੰਡਤ ਕਿਰਪਾ ਰਾਮ ਦੀ ਅਗਵਾਈ 'ਚ ਬੇਨਤੀ ਕੀ ਕਰਦੇ ਨੇ? ਮਹਾਰਾਜ, ਅਸੀਂ ਬੜੇ ਦੁਖੀ ਹਾਂ, ਸਾਡਾ ਧਰਮ ਖਤਰੇ 'ਚ, ਕਿਰਪਾ ਕਰੋ, ਸਾਡੇ ਧਰਮ ਦੀ ਰਾਖੀ ਕਰੋ। ਇੱਕ ਵਿਦਵਾਨ ਕਵੀ ਲਿਖਦਾ, ਦੁਖੀਏ ਬਿਪਰ ਕਸ਼ਮੀਰ ਕੇ ਆਏ ਪੁਰੀ ਆਨੰਦ, ਬਾਂਹ ਸਾਡੀ ਪਕੜੀ ਹੈ ਗੁਰੂ ਹਰਗੋਬਿੰਦ ਕੇ ਚੰਦ। ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਪੁੱਤਰ ਨੇ ਨਾ ਜੀ, ਗੁਰੂ ਤੇਗ ਬਹਾਦਰ ਸਾਹਿਬ। ਆਖਿਆ, ਮਹਾਰਾਜ ਸਾਡੀ ਬਾਂਹ ਫੜ ਲਓ। ਤੇ ਫਿਰ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋਡੀਐ, ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ, ਬਾਂਹ ਨਾ ਛੋਡੀਐ। ਜਦੋਂ ਕਿਤੇ ਭੀੜ ਭਾੜ ਵਿੱਚ ਆਪਾਂ ਜਾਈਏ ਨਾ, ਛੋਟੇ ਬੱਚੇ ਨਾਲ ਹੋਣ ਤੇ ਸਿਆਣੀਆਂ ਮਾਵਾਂ ਬੱਚੇ ਨੂੰ ਉਂਗਲ ਨਹੀਂ ਫੜਾਉਂਦੀਆਂ, ਉਹਦੀ ਬਾਂਹ ਫੜ ਲੈਂਦੀਆਂ ਨੇ। ਉਂਗਲ ਤੇ ਬੱਚਾ ਛਡਾ ਸਕਦਾ, ਛੋਟਾ ਜੂਏ, ਪਰ ਜੇ ਬਾਂਹ ਫੜੀ ਹੋਵੇ ਬਾਂਹ ਛਡਾਈ ਨਹੀਂ ਜਾ ਸਕਦੀ। ਗੁਰੂ ਤੇਗ ਬਹਾਦਰ ਸਾਹਿਬ ਨੇ ਬਾਂਹ ਫੜ ਲਈ ਤੇ ਆਖਿਆ, ਭਾਈ ਤੁਹਾਡਾ ਧਰਮ ਜਿਹੜਾ ਏ ਇਹ ਤਾਂ ਬਚ ਸਕਦਾ ਹੈ ਜੇ ਕੋਈ ਮਹਾਂਪੁਰਸ਼ ਤੁਹਾਡੇ ਧਰਮ ਦੇ ਹੱਕ ਵਿੱਚ ਗਵਾਹੀ ਦੇ। ਗਵਾਹੀ ਨੂੰ ਸ਼ਾਦੀ ਕਿਹਾ ਜਾਂਦਾ ਹੈ, ਗਵਾਹੀ ਦੇਣ ਵਾਲੇ ਨੂੰ ਗਵਾਹ ਕਿਹਾ ਜਾਂਦਾ ਹੈ, ਸ਼ਾਦੀ ਭਰਨ ਵਾਲੇ ਨੂੰ ਸ਼ਹੀਦ ਕਿਹਾ ਜਾਂਦਾ ਹੈ। ਸ਼ਾਦੀ ਭਰਨੀ, ਗਵਾਹੀ ਦੇਣੀ, ਹੱਕ ਵਿੱਚ ਖੜਨਾ। ਕੋਈ ਮਹਾਂਪੁਰਸ਼ 9 ਸਾਲਾਂ ਦੇ ਗੋਬਿੰਦ ਰਾਏ ਕੀ ਕਹਿੰਦੇ ਨੇ, ਪਿਤਾ ਜੀ ਤੁਹਾਤੋਂ ਵੱਡਾ ਮਹਾਂਪੁਰਸ਼ ਕੌਣ ਹੈ? ਜਾਓ ਇਹਨਾਂ ਦੇ ਧਰਮ ਦੀ ਰਾਖੀ ਕਰੋ। 9 ਸਾਲ ਵੇਖੋ, ਜੋ ਵਿਦਵਤਾ ਹੈ, ਜੋ ਬਜ਼ੁਰਗੀ ਹੈ, ਜੋ ਅਕਲ ਹੈ, ਉਹਦਾ ਸੰਬੰਧ ਕਦੀ ਵੀ ਉਮਰ ਨਾਲ ਨਹੀਂ ਹੁੰਦਾ। ਆਪਣੇ ਨੇੜੇ ਹੀ ਹੈ ਪੰਜੋਖਰਾ ਸਾਹਿਬ ਗੁਰਦੁਆਰਾ ਸਾਹਿਬ। ਗੁਰੂ ਹਰਕ੍ਰਿਸ਼ਨ ਸਾਹਿਬ ਕਿੰਨੇ ਸਾਲਾਂ ਦੇ ਸਨ? 5 ਸਾਲਾਂ ਦੇ, ਜਦੋਂ ਗੁਰਗੱਦੀ ਤੇ ਬਿਰਾਜਮਾਨ ਹੋਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਾਂ ਪੜ੍ਹਨੇ ਆ। ਭਗਤ ਕਬੀਰ ਸਾਹਿਬ ਆਂਦੇ ਨੇ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਤੇ ਇਹਨਾਂ ਦੋਵਾਂ ਭਗਤਾਂ ਦੀ, ਧਰੂ ਤੇ ਪ੍ਰਹਿਲਾਦ ਦੀ ਉਮਰ ਕਿੰਨੀ ਹੈ? 5-5 ਸਾਲ। ਜਦੋਂ ਰੱਬ ਦੀ ਬੰਦਗੀ 'ਚ ਜੁੜ ਗਏ, ਰੱਬ ਨਾਲ ਇੱਕ ਮਿਕ ਹੋ ਗਏ। 9 ਸਾਲ ਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਪਿਤਾ ਨੂੰ ਆਖਿਆ, ਜਾਓ
इन्हां दे धर्म लई अपना आप वार दिओ। पिता गुरु तेग बहादुर साहब आनंदपुर साहब तो तुरदे ने। 9 साल का बच्चा पिता नूं कह रहा है तुसीं जाओ। गुरु तेग बहादुर साहब नाल कुछ सिख बाकी संगत नूं महाराज ने उत्थे रोक दिता। संगत पुछदी महाराज कित्थे चले हो? तो गुरु तेग बहादुर साहब आंदे ने लगी आग पापों की जल रही है दुनिया में खून दे के अपना बुझाने चला हूँ। गिर रहे हैं मंदिर गिरा रहा है औरंगा उन मंदिरों को दोबारा बनाने चला हूँ। मेरे बच्चे रोते रहें तो मैं खुश हूँ पर औरों के रोते हसाने चला हूँ। मैं किसी का दुख वेख नहीं सकता। गुरु तेग बहादुर साहब तुरे। हुण दिल्ली किसानी संघर्ष चल रहा। पिछली तकरीबन असी भी 30 नवंबर तो काफ़ी दिन उत्थे हाँ। लंगर की सेवा चल रही है। गुरुद्वारा मंजी साहब, पंजोखरा साहब, नाडा साहब सारे गुरु घरां वालों रल के। तो उत्थे अक्सर ये गल हुंदी है कि ये वो कौम है जिहड़े जनेऊ किसे दे लै रहे सन। वेखो तिलक जंजू नाल साडे धर्म का कोई वास्ता नहीं सी, पर जदों गल अत दी आई, जुल्म दी आई तो जुल्म के खिलाफ आवाज़ देने लई गुरु अपनी शहादत देन नूं तुर पए। ते दिल्ली दे चांदनी चौक च फिर गुरु तेग बहादुर साहब दे नाल समय की हुकूमत सियासत करती है। वेखो हमेशा धर्म ते सियासत दा जदों घोल हुंदा है ना तो धर्म जितदा है। दिल्ली दे चांदनी चौक च सियासत ने की कीता भी इंज करो गुरु तेग बहादुर साहब दे सामने इहदे सिख शहीद करो। जदों सिखां नूं शहीद हुंदिआं वेखेगा ना गुरु डोल जाएगा। तो जाओ सिख ही डोल जाणगे, आखणगे असीं इहदे सिख ही नहीं गए। भाई मती दास, भाई सती दास, भाई दयाला उन्हां दी शहादत दा जो प्रसंग आपां पढ़ने आ, उन्हां नूं शहीद करन दा तरीका बड़ी सौखी जी गल है। आपां कह दईए जी आरे नाल चीर के बाबा मती दास शहीद हो गए। बड़ा सौखा किया गया है, बड़ा सौखा सुनिया गया है। पर थोड़ा जिहा अपने तन ते हंडा के वेखीए जे किते आपां घर च साडियां मातावां बीबियां चाकू नाल कुछ सब्जी वगैरह कटदियां होण, माड़ा जा किते लग जे ते किन्ना दुख हुंदा है। पैर च माड़ा जा कंडा चुभ जे किन्ना दुख हुंदा है। सिर तो लैके पैरां तक चीरिया जाना है आरे नाल। ते इवें जे कोई किसी नूं चीरदा होवे ते अगला हाल पारिया करेगा, रोएगा, कलपेगा। पर वेखो आत्मक अडोलता किन्नी है। जिहदे सिर ते आरा फिर रहा है वो चौंकड़ा मार के जपजी साहब का पाठ कर रहा है। चौंकड़ा मार के बाणी पढ़ रहा है। हुण सियासत ने यह सोचिया सी भी गुरु तेग बहादुर साहब अपने ਸਿੰਘਾਂ नूं शहीद हुंदिआं वेख के डोल जाएगा। पर गुरु के सिखां नूं पुछया गया तुहाडी कोई आखिरी ख्वाहिश? मतीदास कहता आखिरी इच्छा यही है जदों सिर ते आरा चले मेरा मूँह उधर रखियो जे जिधर सामने गुरु तेग बहादुर साहब पिंजरे विच कैद ने, मैनूं होर नहीं कुछ चाहिए। फिर दिल्ली के चांदनी चौक धर्म जित्या, सियासत हारी। उही सियासत सरहंद के अंदर गुरु के लाला नाल कीती गई। बाबा जोरावर सिंह, बाबा फतेह सिंह। सियासत ने आख्या भी इंज करो ड्योड़ी का वड्डा दरवाजा बंद करके खिड़की खोल दिओ, छोटी खिड़की। जदों ये बच्चे झुक के अंदर वड़नगे आपां सारे ताड़ी मार दिओ जे झुक गए बई गुरु के लाल झुक गए। पर होया कि साहिबजादियां पहलां अपने पैर कड्डे, जुत्तियां कड्डियां अगे, फिर आप आए। हमेशा जिहड़ा है धर्म जिहड़ा है वो सियासत ते भारू पैंदा है।
ਹੁਣ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ। ਭਾਈ ਜੈਤਾ ਗੁਰੂ का ਸੀਸ ਲੈ ਕੇ ਦਿੱਲੀੋਂ ਤੁਰਦਾ ਹੈ। ਇੱਕ ਰਾਤ ਉਸ ਸੀਸ ਦਾ ਪੜਾਵ ਇਸ ਅੰਬਾਲਾ ਸ਼ਹਿਰ ਵਿੱਚ ਵੀ ਹੋਇਆ, ਗੁਰਦੁਆਰਾ ਸੀਸਗੰਜ ਸਾਹਿਬ। 9 ਸਾਲਾਂ ਦੇ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ। ਗੁਰੂ ਤੇਗ ਬਹਾਦਰ ਸਾਹਿਬ ਐਸੀ ਸ਼ਖਸੀਅਤ, ਜੇ ਆਪਾਂ ਕਹੀਏ ਗੁਰੂ ਤੇਗ ਬਹਾਦਰ ਸਾਹਿਬ ਤੇਗ ਦੇ ਧਣੀ ਸਨ। ਉਹਨਾਂ ਦਾ ਪਹਿਲਾ ਨਾਮ ਤੇ ਤਿਆਗ ਮੱਲ ਸੀ ਨਾ। ਜਦੋਂ ਕਰਤਾਰਪੁਰ ਸਾਹਿਬ ਤੇਗ ਦੇ ਜੌਹਰ ਵਿਖਾਏ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਖੁਸ਼ ਹੋ ਕੇ ਆਖਿਆ, ਮੇਰਾ ਪੁੱਤਰ ਜਿਹੜਾ ਤੇਗ ਬਹਾਦਰ ਹੈ। ਤੇਗ ਦੇ ਧਣੀ, ਜਿੱਥੇ ਤੇਗ ਦੁਸ਼ਮਣਾਂ ਤੇ ਵਾਹੁੰਦੇ ਨੇ, ਉੱਥੇ ਜਦੋਂ ਜ਼ੁਲਮ ਦੇ ਖਿਲਾਫ ਧਰਮ ਦੀ ਰਾਖੀ ਲਈ ਤਿਲਕ ਜੰਜੂ ਲਈ ਉਸ ਤੇਗ ਦਾ ਵਾਰ ਹੱਸ ਕੇ ਆਪਣੇ ਉੱਪਰ ਵੀ ਜਰਿਆ। ਹੁਣ ਭਾਈ ਜੈਤਾ ਗੁਰੂ का ਸੀਸ ਲੈ ਕੇ ਪੁੱਜਦਾ ਹੈ। ਗੁਰੂ ਕੇ ਧੜ ਦਾ ਸੰਸਕਾਰ ਦਿੱਲੀ ਹੁੰਦਾ ਹੈ। 9 ਸਾਲਾਂ ਦੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਿਤਾ ਦੇ ਸੀਸ ਨੂੰ ਝੋਲੀ ਪਵਾਉਂਦੇ ਨੇ ਤੇ ਉਸ ਭਾਈ ਜੈਤੇ ਨੂੰ ਘੁੱਟ ਕੇ ਗਲ ਲਾ ਕੇ ਆਖਿਆ, ਰੰਗ ਰੇਟਾ ਗੁਰੂ का बेटा, ਗੁਰੂ ਦਾ ਪੁੱਤਰ ਹੈ ਤੂੰ। ਤੇ ਭਾਈ ਜੈਤੇ ਨੂੰ ਇੱਕ ਗੱਲ ਪੁੱਛਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਭਾਈ ਜੈਤਿਆ, ਜਿਸ ਵੇਲੇ ਪਿਤਾ ਜੀ ਦੀ ਸ਼ਹਾਦਤ ਹੋਈ ਸੀ ਕਿ ਉਸ ਵੇਲੇ ਦਿੱਲੀ ਵਿੱਚ ਚਾਂਦਨੀ ਚੌਂਕ 'ਚ ਕਿੰਨੇ ਕੁ ਲੋਕ ਸਨ? ਆਖਿਆ, ਮਹਾਰਾਜ ਬੜੀ ਵੱਡੀ ਭੀੜ ਸੀ ਲੋਕਾਂ ਦੀ। ਵੇਖੋ ਅੱਜ ਦਾ ਜਿਹੜੀ ਸਰਕਾਰ ਹੈ ਨਾ, ਇਹ ਜੋ ਜ਼ੁਲਮ ਕਰ ਰਹੀ ਹੈ ਗੁਪਤ ਤਰੀਕੇ ਨਾਲ ਸਾਡੇ ਤੇ ਕਰਦੀ ਹੈ। ਸਾਨੂੰ ਕੁੱਟਦੀ ਵੀ ਹੈ, ਮਾਰਦੀ ਵੀ ਹੈ, ਰੋਣ ਵੀ ਨਹੀਂ ਦਿੰਦੀ। ਸਾਨੂੰ ਮਾਰਨ ਤੋਂ ਪਹਿਲਾਂ ਖਾਲਿਸਤਾਨ ਦਾ, ਅੱਤਵਾਦ ਦਾ, ਵੱਖਵਾਦ ਦਾ ਲੇਬਲ ਸਾਡੇ ਤੇ ਲਾ ਦੇਣਗੇ। ਆ ਜੰਮੂ ਕਸ਼ਮੀਰ 'ਚ ਕੀ ਹੋ ਰਿਹਾ ਹੈ? ਬੇਹਥਾ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ। ਇੱਕੋ ਇੱਕ ਉਹਨਾਂ ਕੋਲ ਲੇਬਲ ਹੈ, ਇਹ ਤੇ ਅੱਤਵਾਦੀ ਸੀ, ਇਹ ਤੇ ਵੱਖਵਾਦੀ ਸੀ। ਜ਼ੁਲਮ ਵੀ ਕਰਦੇ ਨੇ ਤੇ ਲੋਕਾਂ ਵਿੱਚ, ਪੂਰੀ ਦੁਨੀਆ 'ਚ ਇਹ ਵੀ ਮੈਸੇਜ ਘੱਲਦੇ ਨੇ ਵੀ ਇਹਦਾ ਕਸੂਰ ਸੀ, ਅੱਤਵਾਦੀ ਸੀ। ਮੈਂ ਕਹਿੰਦਾ ਇਹਨਾਂ ਨਾਲ ਔਰੰਗਜ਼ੇਬ ਚੰਗਾ ਸੀ। ਘੱਟੋ ਘੱਟ ਚੌਂਕ 'ਚ ਬਿਠਾ ਕੇ ਤੇ ਸ਼ਹੀਦ ਕਰਦਾ ਸੀ ਸਾਰਿਆਂ ਦੇ ਸਾਹਮਣੇ ਵੀ ਮੈਂ ਕਰਨ ਲੱਗਾ। ਇਹਨਾਂ ਨੇ ਸਮੇਂ ਦੀ ਹਕੂਮਤ ਨੇ ਤੇ ਉਸ ਔਰੰਗਜ਼ੇਬ ਦੇ ਜ਼ੁਲਮ ਤੋਂ ਵੀ ਅਗਾਂਹ ਲੰਘ ਗਿਆ ਕੰਮ। ਹੁਣ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੈਤਿਆ, ਸਮਾਂ ਆਵੇਗਾ ਮੈਂ ਆਪਣੇ ਸਿੱਖ ਨੂੰ ਇੱਕ ਵੱਖਰੀ ਪਹਿਚਾਣ ਦਿਆਂਗਾ। ਜੈਤੇ ਨੇ ਕਿਹਾ ਨਾ, ਮਹਾਰਾਜ ਮੈਂ ਪਛਾਣ ਨਹੀਂ ਸਕਿਆ ਸਿੱਖ ਕਿੰਨੇ ਸਨ, ਦੁਨੀਆ ਬੜੀ ਸੀ, ਮੈਂ ਵੱਖਰੀ ਪਹਿਚਾਣ ਦਿਆਂਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਉਮਰ ਹੋਈ ਹੈ 22 ਸਾਲ ਤੇ ਮਹਾਰਾਜ ਸੱਚੇ ਪਾਤਸ਼ਾਹ ਕੁਝ ਸਮੇਂ ਲਈ ਪਾਉਂਟਾ ਸਾਹਿਬ ਦੀ ਧਰਤੀ ਤੇ ਆਏ ਨੇ। ਉਹਨਾਂ ਨੇ ਆਪਣੀ ਰਚਨਾ ਵਿੱਚ ਲਿਖਿਆ, ਸ਼ਹਿਰ ਪਾਉਂਟਾ ਕੀ ਸੁਧ ਭਈ। ਤੇ ਉੱਥੇ ਪਾਉਂਟਾ ਸਾਹਿਬ, ਪਾਉਂਟਾ ਦਾ ਅਰਥ ਹੁੰਦਾ ਹੈ ਕੇਵਲ ਪੈਰ ਰੱਖਣ ਜੋਗੀ ਥਾਂ, ਥੋੜੀ ਜੀ ਥਾਂ, ਕਿਉਂਕਿ ਬਾਕੀ ਤੇ ਸਾਰਾ ਪਹਾੜ ਹੀ ਸੀ। ਕੋਲੋਂ ਦੀ ਜਮਨਾ ਲੰਘਦੀ ਹੈ, ਜੰਗਲ, ਬਿਆਬਾਨ, ਸ਼ੇਰਾਂ ਵਰਗੇ ਖੂੰਖਾਰ ਜਾਨਵਰ ਨੇ। ਮਹਾਰਾਜ ਨੇ ਉੱਥੇ ਸ਼ਿਕਾਰ ਵੀ ਖੇਡਿਆ, ਕਈ ਸ਼ੇਰਾਂ ਦਾ ਸ਼ਿਕਾਰ ਮਹਾਰਾਜ ਨੇ ਉੱਥੇ ਕੀਤਾ। ਤੇ ਉੱਥੇ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲੀ ਜੰਗ ਲੜੀ, ਭਗਾਣੀ ਦੀ ਯੁੱਧ। ਜਦੋਂ ਰਾਜਾ ਹਰੀ ਚੰਦ ਨੇ 3 ਤੀਰ ਚਲਾਏ, ਪਹਿਲਾ ਤੀਰ ਮਹਾਰਾਜ ਦੇ ਘੋੜੇ ਕੋਲੋਂ ਦੀ ਲੰਘ ਗਿਆ, ਦੂਜਾ ਤੀਰ ਮਹਾਰਾਜ ਦੇ ਕੰਨ ਕੋਲੋਂ ਦੀ ਲੰਘ ਗਿਆ, ਤੀਜਾ ਤੀਰ ਮਹਾਰਾਜ ਦੇ ਕਮਰ ਕੱਸੇ ਵਿੱਚ ਲੱਗਾ। ਉਸ ਬੈਲਟ ਨੂੰ, ਉਸ ਕਮਰ ਕੱਸੇ ਨੂੰ ਚੀਰ ਕੇ ਥੋੜਾ ਜਿਹਾ ਤੀਰ ਮਹਾਰਾਜ ਦੇ ਸਰੀਰ ਤੇ ਚੁੱਭਿਆ ਤੇ ਮਹਾਰਾਜ ਨੇ ਆਖਿਆ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਫਿਰ ਉਸ ਭਗਾਣੀ ਦਾ ਯੁੱਧ ਨੂੰ ਮਹਾਰਾਜ ਸੱਚੇ ਪਾਤਸ਼ਾਹ ਜਿੱਤ ਕੇ ਵਾਪਸ ਜਦੋਂ ਪਾਉਂਟਾ ਸਾਹਿਬ ਆਉਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਸਭ ਤੋਂ ਪਹਿਲੇ ਸਾਹਿਬਜ਼ਾਦੇ ਦਾ ਜਨਮ ਹੁੰਦਾ ਹੈ।
ਤੇ ਮਹਾਰਾਜ ਉਸ ਜਿੱਤੇ ਹੋਏ ਜੰਗ ਦੀ ਖੁਸ਼ੀ ਵਿੱਚ ਆਪਣੇ ਪੁੱਤਰ ਦਾ ਨਾਮ ਰੱਖਦੇ ਨੇ ਅਜੀਤ ਸਿੰਘ, ਚੌਂ ਸਾਹਿਬਜ਼ਾਦਿਆਂ ਤੋਂ ਸਭ ਤੋਂ ਵੱਡੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ 3 ਸਾਲ ਦੇ ਨੇੜੇ ਪਾਉਂਟਾ ਸਾਹਿਬ ਰਹਿਣ ਤੋਂ ਬਾਅਦ ਵਾਪਸ ਫਿਰ ਸ਼੍ਰੀ ਅਨੰਦਪੁਰ ਸਾਹਿਬ ਆ ਜਾਂਦੇ ਨੇ। ਸਾਧ ਸੰਗਤ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਰ ਤਕਰੀਬਨ 32-33 ਵਰ੍ਹਿਆਂ ਦੀ ਹੋਈ ਤੇ ਉਹਨਾਂ ਨੇ ਫਿਰ ਉਹ ਪ੍ਰਣ ਜੋ ਭਾਈ ਜੈਤੇ ਨਾਲ ਕੀਤਾ ਸੀ, ਜੈਤਿਆ ਸਮਾਂ ਆਏਗਾ ਮੈਂ ਆਪਣੇ ਸਿੱਖ ਨੂੰ ਇੱਕ ਵੱਖਰੀ ਪਹਿਚਾਨ ਦਿਆਂਗਾ, ਉਹ ਸਮਾਂ ਆ ਗਿਆ। ਉਹ ਸਮਾਂ ਸੀ 30 ਮਾਰਚ 1699 ਦੀ ਵਿਸਾਖੀ। ਵੈਸੇ ਵਿਸਾਖੀ ਦਾ ਪੁਰਬ ਉਸ ਦਿਨ ਪਹਿਲੀ ਵਾਰੀ ਨਹੀਂ ਗੁਰੂ ਘਰ 'ਚ ਲੱਗਾ। ਵਿਸਾਖੀ ਦਾ ਜੋੜ ਮੇਲ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਸ਼ੁਰੂ ਹੋ ਗਿਆ ਸੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਇੱਕ ਪਰਮ ਸਿੱਖ ਭਾਈ ਪਾਰੋ, ਉਹਨਾਂ ਨੇ ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਨੂੰ ਬੇਨਤੀ ਕੀਤੀ, ਸੱਚਿਆ ਪਾਤਸ਼ਾਹ ਬੜੀ ਦੂਰੋਂ ਦੂਰੋਂ ਸੰਗਤ ਆਉਂਦੀ ਏ ਤੇ ਸੰਗਤ ਆਪਣੀ ਸਹੂਲਤ ਮੁਤਾਬਕ ਕੋਈ ਵਿਸਾਖ ਵਿੱਚ ਆ ਜਾਂਦੀ ਏ, ਕੋਈ ਜੇਠ 'ਚ, ਕੋਈ ਹਾੜ 'ਚ, ਕੋਈ ਸਾਉਣ 'ਚ, ਕੋਈ ਭਾਦੋਂ 'ਚ। ਕਿਉਂ ਨਾ ਆਪਾਂ ਸਾਲ ਦਾ ਇੱਕ ਦਿਨ ਰੱਖ ਲਈਏ ਜਿੱਦਣ ਸਾਰੀ ਸੰਗਤ ਇਕੱਠੀ ਹੋ ਕੇ ਆਵੇ, ਨਾਲੇ ਸੰਗਤ ਦਾ ਜੋੜ ਮੇਲ ਹੋਏ, ਇੱਕ ਦੂਜੇ ਨਾਲ ਵਾਕਫੀਅਤ ਵਧੇ ਤੇ ਨਾਲੇ ਸਤ ਸੰਗਤ ਹੋਵੇ। ਮਹਾਰਾਜ ਨੇ ਆਖਿਆ, ਭਾਈ ਪਾਰੋ ਤੁਹਾਡੀ ਸੋਚ ਬੜੀ ਵੱਡੀ ਹੈ, ਅੱਜ ਤੋਂ ਹੀ ਹੁਕਮਨਾਮੇ ਜਾਰੀ ਕਰੋ ਕਿ ਵਸੋਏ ਦੇ ਦਿਨ, ਵਿਸਾਖੀ ਦੇ ਦਿਨ ਸੰਗਤ ਜਿਹੜੀ ਹੈ ਉਹ ਗੋਇੰਦਵਾਲ ਸਾਹਿਬ ਆਵੇ। ਉਸ ਦਿਨ ਤੋਂ ਵਿਸਾਖੀ ਦਾ ਪੁਰਬ ਗੁਰੂ ਘਰ 'ਚ ਮਨਾਇਆ ਜਾਣ ਲੱਗਾ ਸੀ। ਜਿੱਥੇ ਵੀ ਗੁਰੂ ਜੋਤ ਹੁੰਦੀ ਹੈ, ਚਾਹੇ ਉਹ ਅੰਮ੍ਰਿਤਸਰ ਸਾਹਿਬ ਹੈ, ਚਾਹੇ ਗੋਇੰਦਵਾਲ ਸਾਹਿਬ ਹੈ, ਚਾਹੇ ਉਹ ਕੀਰਤਪੁਰ ਸਾਹਿਬ ਹੈ, ਚਾਹੇ ਉਹ ਅਨੰਦਪੁਰ ਸਾਹਿਬ ਹੈ, ਵਿਸਾਖੀ ਨੂੰ ਉੱਥੇ ਸੰਗਤਾਂ ਪਹੁੰਚ ਜਾਇਆ ਕਰਦੀਆਂ ਨੇ। ਪਰ ਇਸ ਵਾਰ ਵਿਸਾਖੀ ਤੇ ਅੱਗੇ ਨਾਲੋਂ ਵਿਸ਼ੇਸ਼ ਇੰਤਜ਼ਾਮ ਹੋਏ ਨੇ। ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ ਨੇ ਤੇ ਸਾਧ ਸੰਗਤ ਬੜਾ ਵੱਡਾ ਇਕੱਠ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਹੋਇਆ ਹੈ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਭਰੇ ਦੀਵਾਨ ਅੰਦਰ ਉਹਨਾਂ ਨੇ ਨੰਗੀ ਕਿਰਪਾਨ ਹੱਥ ਵਿੱਚ ਫੜੀ ਤੇ ਆਪਣੇ ਸਿੱਖਾਂ ਦੇ ਕੋਲੋਂ ਇੱਕ ਸੀਸ ਦੀ ਮੰਗ ਕੀਤੀ। ਸਾਧ ਸੰਗਤ, ਹਰ ਧਰਮ ਇਹ ਕਹਿੰਦਾ ਹੈ ਕਿ ਪਹਿਲਾਂ ਜੀਵਨ ਨੇ ਫਿਰ ਮੌਤ ਹੈ। ਗੁਰੂ ਨਾਨਕ ਦਾ ਘਰ ਕਹਿੰਦਾ ਹੈ ਪਹਿਲਾਂ ਮੌਤ ਹੈ ਫਿਰ ਜੀਵਨ ਹੈ। ਆਪਾਂ ਪੜ੍ਹਨੇ ਆ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ। ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਗੁਰੂ ਨਾਨਕ ਸਾਹਿਬ ਨੇ ਪਹਿਲੇ ਜਾਮੇ 'ਚ ਕਿਹਾ, ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਂਡ ਨਾ ਕੀਜੈ। ਅੱਜ ਵੀ ਆਪਾਂ ਜਦੋਂ ਅੰਮ੍ਰਿਤ ਦੀ ਦਾਤ ਲੈਨੇ ਆ ਨਾ, ਪੰਜ ਪਿਆਰੇ ਸਾਹਿਬਾਨ ਪੁੱਛਦੇ ਨੇ ਕਿ ਭਾਈ ਇਹ ਜਿਹੜਾ ਤੁਹਾਡਾ ਸੀਸ ਹੈ ਇਹ ਅੱਜ ਤੋਂ ਅੰਮ੍ਰਿਤ ਛਕਣ ਤੋਂ ਬਾਅਦ ਖਾਲਸੇ ਪੰਥ ਦਾ ਹੋ ਜਾਣਾ ਹੈ। ਪੰਥ ਨੂੰ, ਕੌਮ ਨੂੰ ਲੋੜ ਪਵੇ ਆਪਣਾ ਸੀਸ ਦੇਣ ਤੋਂ ਪਿੱਛੇ ਤੇ ਨਹੀਂ ਹਟੋਗੇ? ਸਾਡੇ ਕੋਲ ਪੁੱਛਿਆ ਜਾਂਦਾ ਹੈ, ਫਿਰ ਆਪਾਂ ਹਾਮੀ ਭਰਨੇ ਆ ਤੇ ਫਿਰ ਅੰਮ੍ਰਿਤ ਦੀ ਦਾਤ ਮਿਲਦੀ ਹੈ। ਹੁਣ ਮਹਾਰਾਜ ਨੇ ਸੀਸ ਦੀ ਮੰਗ ਕੀਤੀ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਹੁਣ ਗੁਰੂ ਨੂੰ ਪਹਿਲਾ ਸੀਸ ਦੇਣ ਲਈ ਭਾਈ ਦਇਆ ਰਾਮ ਆਉਂਦਾ ਹੈ। ਦਇਆ ਰਾਮ ਆਉਂਦਾ ਕਿੱਥੋਂ ਹੈ? ਲਾਹੌਰ ਤੋਂ। ਜਿਸ ਲਾਹੌਰ ਬਾਰੇ ਗੁਰਬਾਣੀ ਕਹਿੰਦੀ ਹੈ, ਲਾਹੌਰ ਸ਼ਹਿਰ ਜ਼ਹਿਰ ਪੈਰ ਸਵਾ ਪੈਰ।
ਉੱਥੋਂ ਦਇਆ ਆਉਂਦੀ ਹੈ। ਸਾਧ ਸੰਗਤ ਜੋ ਪੰਜ ਪਿਆਰੇ, ਪੰਜਾਂ ਦੇ ਨਾਮ ਆਪਾਂ ਪੜ੍ਹਨੇ ਆ, ਇਹ ਪੰਜ ਪਿਆਰਿਆਂ ਦੀ ਚੋਣ ਵਿੱਚ, ਪੰਜ ਪਿਆਰਿਆਂ ਦੇ ਨਾਮ ਵਿੱਚ ਸਿੱਖ ਧਰਮ ਦੀ ਫਿਲਾਸਫੀ ਛਿਪੀ ਪਈ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਪਹਿਲੇ ਜਾਮੇ 'ਚ ਜਪਜੀ ਸਾਹਿਬ ਦੀ ਬਾਣੀ 'ਚ ਲਿਖਿਆ, ਆਪਾਂ ਰੋਜ਼ ਪੜ੍ਹਨੇ ਆ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਪੰਡਤ ਨੇ, ਪਾਂਧੇ ਨੇ ਇੱਕ ਲੋਕਾਂ ਵਿੱਚ ਗੱਲ ਪ੍ਰਚਲਿਤ ਕੀਤੀ ਸੀ ਵੀ ਧਰਤੀ ਨੂੰ ਇੱਕ ਬਲਦ ਨੇ ਚੁੱਕਿਆ ਹੋਇਆ ਹੈ। ਆਪਾਂ ਵੀ ਛੋਟੇ ਹੁੰਦਿਆਂ ਸੁਣੀਂਦਾ ਸੀ, ਜਦੋਂ ਕਿਤੇ ਭੁਚਾਲ ਆਉਣਾ, ਭੂਕੰਪ ਆਉਣਾ, ਆਖਣਾ ਜੀ ਬਲਦ ਨੇ ਸਿੰਘ ਬਦਲਿਆ ਹੈ, ਧਰਤੀ ਹਿੱਲ ਗਈ ਹੈ। ਸੋਚਣ ਤੇ ਵਿਚਾਰਨ ਦਾ ਵਿਸ਼ਾ ਹੈ ਵੀ ਜੇ ਧਰਤੀ ਨੂੰ ਬਲਦ ਨੇ ਚੁੱਕਿਆ ਤੇ ਉਹ ਬਲਦ ਕਿੱਥੇ ਖਲੋਤਾ ਹੈ ਜੀ? ਥੱਲੇ ਹੋਰ ਧਰਤੀ ਹੈ। ਉਸ ਧਰਤੀ ਨੂੰ ਕਿਹਨੇ ਚੁੱਕਿਆ? ਥੱਲੇ ਹੋਰ ਬਲਦ ਹੈ, ਤੇ ਫਿਰ ਲੰਮਾ ਕੰਮ ਛਿੜ ਗਿਆ ਨਾ। ਹੁਣ ਜੇ ਸਿੰਘ ਲਾਇਆ ਧਰਤੀ ਹਿਲਦੀ ਹੈ, ਤੇ ਜੇ ਕਿਤੇ ਉਹ ਬਲਦ ਥੱਕ ਕੇ ਬਹਿ ਗਿਆ ਤੇ ਫਿਰ ਕੀ ਬਣੇਗਾ? ਮਹਾਰਾਜ ਨੇ ਕਿਹਾ ਨਹੀਂ, ਇਹ ਜੋ ਧਰਤੀ ਹੈ ਨਾ, ਇਹਨੂੰ ਧਰਮ ਨੇ ਟਿਕਾਇਆ ਹੋਇਆ, ਧਰਮ ਨੇ। ਤੇ ਧਰਮ ਦਇਆ ਦਾ ਪੁੱਤਰ ਹੈ। ਦਇਆ ਦੇ ਵਿੱਚੋਂ ਧਰਮ ਆਉਂਦਾ ਜੀ। ਜਿਸ ਬੰਦੇ ਦੇ ਅੰਦਰ ਦਇਆ ਨਹੀਂ ਗੀ, ਗੁਰਦੁਆਰੇ ਆਵੇ, ਸੇਵਾ ਕਰੇ, ਕਿਸੇ ਮਜ਼ਦੂਰ ਦੀ ਮਜ਼ਦੂਰੀ ਮਾਰ ਲਏ, ਕਿਸੇ ਗਰੀਬ ਦਾ ਹੱਕ ਮਾਰ ਲਏ, ਕਿਸੇ ਕੋ ਉਧਾਰ ਲੈ ਕੇ ਮੋੜੇ ਨਾ, ਉਹਦੀ ਸੇਵਾ ਕਿਸੇ ਕੰਮ ਨਹੀਂ। ਜੇ ਉਹਦੇ ਅੰਦਰ ਕਿਸੇ ਦੇ ਪ੍ਰਤੀ ਦਇਆ ਨਹੀਂ ਗੀ, ਮਹਾਰਾਜ ਨੇ ਬਾਣੀ 'ਚ ਲਿਖਿਆ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜੇ ਤੂੰ ਇੱਕ ਪਾਸੇ ਧਰਮੀ ਅਖਵਾਉਣਾ ਤੇ ਦੂਜੇ ਪਾਸੇ ਤੇਰੇ ਅੰਦਰ ਦਇਆ ਨਹੀਂ, ਵੇਦ ਪੜ੍ਹੈ ਮੁਖ ਮਿੱਠੀ ਬਾਣੀ, ਜੀਆਂ ਕੋਹਤ ਨਾ ਸੰਗੈ ਪ੍ਰਾਣੀ। ਇੱਕ ਪਾਸੇ ਤੂੰ ਬਾਣੀ ਪੜ੍ਹਨਾ, ਪਾਠ ਕਰਨਾ, ਵੇਦ ਕਤੇਬ ਪੜ੍ਹਨਾ, ਦੂਜੇ ਪਾਸੇ ਜੀਵ ਹੱਤਿਆ ਕਰਨਾ, ਤੂੰ ਧਰਮੀ ਨਹੀਂ ਹੋ ਸਕਦਾ। ਮਹਾਰਾਜ ਨੇ ਪੰਜਾਂ ਦੇ ਵਿੱਚ ਸਭ ਤੋਂ ਪਹਿਲਾਂ ਦਇਆ ਨੂੰ ਸ਼ਾਮਲ ਕੀਤਾ, ਪੰਜ ਪਿਆਰਿਆਂ 'ਚ। ਪਹਿਲੇ ਪਿਆਰੇ ਭਾਈ ਦਇਆ ਸਿੰਘ। ਦਇਆ ਸਿੰਘ ਜੀ ਤੋਂ ਬਾਅਦ ਦੂਜਾ ਸੀਸ ਫਿਰ ਧਰਮ ਦਿੰਦਾ ਹੈ। ਦੂਜੇ ਪਿਆਰੇ ਨੇ ਭਾਈ ਧਰਮ ਸਿੰਘ। ਮਹਾਰਾਜ ਨੇ ਆਖਿਆ, ਮੇਰੇ ਸਿੱਖ ਵਿੱਚ ਸਭ ਤੋਂ ਪਹਿਲਾਂ ਚਾਹੀਦੀ ਹੈ ਦਇਆ, ਤੇ ਦਇਆ ਤੋਂ ਬਾਅਦ ਆਏਗਾ ਧਰਮ। ਤੇ ਜਦੋਂ ਦਇਆ ਤੇ ਧਰਮ ਦੋ ਚੀਜ਼ਾਂ ਇਕੱਠੀਆਂ ਹੋ ਜਾਣ, ਫਿਰ ਬੰਦੇ 'ਚ ਆਉਂਦੀ ਹੈ ਹਿੰਮਤ। ਕਾਹਦੀ? ਜਬ ਆਵ ਕੀ ਔਦ ਨਿਧਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਰੂੰ। ਹਿੰਮਤ। ਹਿੰਮਤ ਕਦੋਂ ਆਉਂਦੀ ਹੈ? ਜਦੋਂ ਪੱਲੇ ਧਰਮ ਹੋਵੇ। ਧਰਮ ਕਦੋਂ ਆਉਂਦਾ? ਜਦੋਂ ਪੱਲੇ ਦਇਆ ਹੋਵੇ। ਜਿਨ੍ਹਾਂ ਵਿੱਚ ਹਿੰਮਤ ਨਹੀਂ ਸੀ ਸਾਲਾਂ ਤੋਂ, 900 ਸਾਲ ਤੋਂ ਵਧੇਰਾ ਗੁਲਾਮੀ ਜਰੀ ਗਏ, ਧੌਣ ਸੁੱਟ ਕੇ ਗੁਲਾਮ ਹੋ ਗਏ, ਗੁਲਾਮੀ ਸਹਿਣ ਦੀ ਆਦਤ ਬਣ ਗਈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਗੁਲਾਮਾਂ ਨੂੰ ਇਸ ਗੁਲਾਮੀ ਦੀਆਂ ਸੰਗਲਾਂ ਤੋਂ ਤੁੜਵਾ ਕੇ, ਜੰਜੀਰਾਂ ਨੂੰ ਤੋੜ ਕੇ ਆਜ਼ਾਦੀ ਬਖਸ਼ੀ। ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜਾਂ ਦੇ ਵਿੱਚ ਪਹਿਲਾਂ ਦਇਆ ਸ਼ਾਮਲ ਕੀਤੀ। ਦਇਆ ਦਾ ਪੁੱਤਰ ਧਰਮ ਆਇਆ। ਦਇਆ ਤੇ ਧਰਮ ਮਿਲਣ ਵਾਲੇ ਦੇ ਵਿੱਚ ਹਿੰਮਤ ਆ ਗਈ, ਤੇ ਜਿਹਦੇ ਵਿੱਚ ਦਇਆ, ਧਰਮ ਤੇ ਹਿੰਮਤ ਤਿੰਨ ਚੀਜ਼ਾਂ ਆਉਣ, ਉਹਦੇ ਵਿੱਚ ਫਿਰ ਆਉਂਦੀ ਹੈ ਮੋਹਕਮਤਾਈ, ਜਿਹਨੂੰ ਆਪਾਂ ਦ੍ਰਿੜਤਾ ਕਹਿੰਦੇ ਹਾਂ, ਜਿਹੜਾ ਕੋਈ ਸਟੈਂਡ ਲੈ ਸਕੇ। ਚੌਥੇ ਪਿਆਰੇ ਸਨ ਭਾਈ ਮੋਹਕਮ ਸਿੰਘ। ਤੇ ਜਿਸ ਸਿੱਖ ਅੰਦਰ ਦਇਆ, ਧਰਮ, ਹਿੰਮਤ ਤੇ ਮੋਹਕਮ ਚਾਰ ਗੁਣ ਆ ਜਾਣ, ਉਹ ਫਿਰ ਸਾਹਿਬ ਦਾ ਰੂਪ ਹੋ ਜਾਂਦਾ ਹੈ। ਉਹ ਸਾਹਿਬ ਮੈਂ ਉਸਕਾ ਚਿਹਰਾ। ਤੇ ਪੰਜਵੇਂ ਪਿਆਰੇ ਸਨ ਭਾਈ ਸਾਹਿਬ ਸਿੰਘ ਜੀ। ਪੰਜਾਂ ਦੀ ਚੋਣ ਕੀਤੀ, ਤੇ ਪੰਜਾਂ ਨੂੰ ਮਹਾਰਾਜ ਨੇ ਆਪਣੇ ਪਿਆਰੇ ਕਿਹਾ। ਪਿਆਰੇ, ਇਹ ਪੰਜ ਮੇਰੇ ਪਿਆਰੇ ਨੇ। ਅੱਜ ਵੀ ਅਰਦਾਸ ਵਿੱਚ 10 ਪਾਤਸ਼ਾਹੀਆਂ ਤੋਂ ਬਾਅਦ
गुरु के लालां तो पहलां पंज प्यारियां की गल हुंदी है। पंज प्यारे, 4 साहिबजादे, 40 मुक्ते। ते उन्हां पंजां नूं गुरु ने फिर दोबारा जीवन दान बख्शिया। एक विद्वान कहता, दाता सिर जिन्हां ने दर तेरे तों वारिया, वो सिर कटा के मरण दी थां जी पए। कई तो मेरे वर्गे घट दे लाले पंडाल च उठ उठ जान लग पे भी पता नहीं सानू ना महाराज आवाज मार लैन। पर जिन्हां ने वारिया वो किड्डे महान हो गए। कहते सिर जिन्हां ने दर तेरे तो वारिया, वो सिर कटा के मरण दी थां जी पए। वो तेरे दर तो कमाइयां कर गए, एक सिर दिता ते 5 घुट पी लए। 5 घुट काहदे पीते? सुर नर मुन जन अमृत खोज दे, सो अमृत गुर ते पाया। जिस अमृत नूं सुर नर मुन जन देवते लभदे पए सन, भालदे पए सन, वो अमृत उन्हां नूं मिल गया। एक सिर दिता ते 5 घुट पी लए। ते जिस सिर ने गुरु अगे आपा भेंट करके 5 घुट अमृत पीता, ਉਹਦੀ कीमत किन्नी बन गई? कहते 80 मोहरां, एक सीस का मौत के बाजार में मुल पै गया। साढ़े सिरां दे मुल पे सन। मुल किहड़े सिर का पिया? जिहड़ा गुरु अगे भेंट होके 5 घुट अमृत पी गया। तो कहते फिर मौत फड़ के कालजा वेंदी रही, सिर गया कटिया ते धड़ लड़दा गया। ये भी दात धन गुरु गोबिंद सिंह महाराज के अमृत ने सानू दिती। बाबा दीप सिंह का इतिहास पढ़ीए, सिर कट्टिया गया धड़ लड़ी जाता है। सिर गया कट्टिया ते धड़ लड़दा गया। ये गुरु गोबिंद सिंह महाराज सच्चे पातशाह की बख्शिश आनंदपुर साहिब जी के पावन पवित्र अस्थान ते धन गुरु गोबिंद सिंह महाराज ने ये फिर खालसे की सिरजना करके दिती। ते फिर पंजां तो आप भी अमृत की दात झोली अड्ड के मंगी। भाई दया सिंह किरपा करो, मैनू भी 5 घुट अमृत बख्श दिओ। अज कई बारी गुरमत समागम हुंदे ने, गुरु के वजीर, गुरु के कीर्तनीय, ढाडी, प्रचारक साहबान संगतां नूं प्रेरणा करन, भाई अमृत छक लो। तो आपां कहण लग पैंदे आ जी, वेखो जी असीं किहड़ा कोई माड़ा काम करने आ। सवेरे अमृत वेले उठीदा भी है, बाणी भी पढ़ी दी भी है, की लोड़ है अमृत छकन दी? पर याद रखो साडा जीवन पद्धर गुरु गोबिंद सिंह महाराज तो उच्चा नहीं हो सकता। जिन्हें आप खालसे नूं साज के, पंजां नूं साज के, पंजां तो झोली अड्ड के अमृत की दात मंगी। ताही ते भाई गुरदास ने लिखिया, आपे गुर चेला। गुरु गोबिंद सिंह महाराज गुरु भी आप, चेला भी आप। जदों पहले जामे सी गुरु नानक साहब, जदों बाबे लहणे अगे झुके, गुरु अंगद देव नूं गुरता गद्दी बख्शी, तो उदों भी लोकां कहा सी, हो रियो गंग वहायोन, दुनियाई आख्या के होण। लोकां ने आख्या की हो गया? अज तक हमेशा चेला गुरु अगे झुकदा रहा है, अज गुरु ने चेले अगे मत्था टेक दिता। ते साध संगत धन गुरु गोबिंद सिंह महाराज ने उन्हां पंजां तो अमृत की दात लैके फिर आप गोबिंद राय तो गोबिंद सिंह बने। तो उन्होंने एक ओ खालसा फौज साजी, जिहड़ी खालसा फौज एडा विशाल रूप धारण कर गए, जिथे भी कोई जबर जुल्म करदा है उथे गुरु का खालसा पहुँच जाता है। धन गुरु गोबिंद सिंह महाराज ने फिर अपने उस खालसे पुत्र तो साहिबजादा अजीत सिंह वारिया, मेरा खालसा सदा अजित रवे। उन्होंने अपने खालसे पुत्र तो अपना साहिबजादा जुझार सिंह वारिया, मेरा खालसा सदा जूझदा रवे। उन्होंने अपने खालसे पुत्र तो अपना साहिबजादा जोरावर सिंह वारिया, मेरे खालसे विच हमेशा जुल्म दे नाल खिलाफ लड़न दा जोर बनिया रवे। उन्होंने अपने खालसे पुत्र तो अपने छोटे साहिबजादे बाबा फतेह सिंह नूं वारिया कि हमेशा ही फतेह खालसे की झोली विच पवे। उसे धन गुरु गोबिंद सिंह महाराज सच्चे पातशाह नूं जिस वेले
महाराज ने आनंदपुर साहब का किला छड्डिया, दोवां पुत्रां की शहादत हो गई। महाराज दमदमा साहब पहुँचे तो उत्थे गुरु के महल जदों आके मिले तो उन्हें पूछया, क्योंकि माँ का सब तो पहला ध्यान पुत्रां च जांदा है, महाराज साहबजादे कित्थे ने? पता नहीं सी ना। आख्या इन पुत्रन के शीस पे वार दिए सुत चार। मैं इन्हां तो वार आया, पर मैनू खुशी है, मैनू इस गल की तसल्ली है, चार मूए तो क्या हुआ, जीवत कई हजार। सो उस धन गुरु गोबिंद सिंह महाराज सच्चे पातशाह की कुर्बानी, उन्हां दा कीता होया परोपकार हिंदुस्तान की जनता के सिर ते सदा वास्ते ये एक बड़ा बड़ा परोपकार है। जे गुरु गोबिंद सिंह महाराज ना होते, यार अल्लाह खा जोगी ने कहा ना, अब की कहो ना जब की, बात करता हूँ मैं तब की, जे ना होते गुरु गोबिंद सिंह सुन्नत होती सब की। कविराज भाई संतोख सिंह गुरप्रताप सूरज ग्रंथ विच लिखते ने, वो कहते जे गुरु गोबिंद सिंह महाराज ना होंदे, कवि नूं पुछया, कवि जी तुसी दसो जे गुरु गोबिंद सिंह महाराज ना होंदे इस देश का नक्शा की हो जाता? तो उन्हें लिखिया शाय जाति एकता, अनेकता बिलाए जाती। इत्थे एकता तो भाव सी भी इको धर्म होना सी, अनेक धर्म खत्म हो जाने सन। शाय जाति एकता, अनेकता बिलाए जाती, होवती कुचीलता कतेबन कुरान की, केवल कुरान पढ़े जाने सन। होवती कुचीलता कतेबन कुरान की, पाप परपक जाते, धर्म तसक जाते, वर्ण गरक जाते, सहत विधान की, देवी देव देहरे संतोख सिंह दूर होते। संतोख सिंह कहता ना कोई देवी होनी सी, देवियां दे मंदिर ना कोई देवरे होने सन। संतोख सिंह दूर होते, रीत मिट जाती कथा बेदन पुराण की, श्री गुरु गोबिंद सिंह पावन परम सूर, मूर्त ना होती जाओ पै करुणा निधान की। जे गुरु गोबिंद सिंह महाराज, जे धन गुरु गोबिंद सिंह महाराज ये परोपकार ना करते, हिंदुस्तान के लोगों ने न्याय नहीं किया। गुरु गोबिंद सिंह महाराज इस हिंदुस्तान के राष्ट्रपिता गुरु गोबिंद सिंह महाराज होने चाहिए सन। इन्होंने एक गंजा जिहा राष्ट्रपिता बनाता, उहदा की योगदान है कि आपां चरखा कट के आज़ादी ले लैनी सी? एक विद्वान कहता देगां वाले सदा रज के खांदे ने। आ पुछदी ना सरकार तुहाडे कोल फंड कित्थों आ रहा है? आम उत्थे बार्डरां ते गल चल रही है, गुरु का लंगर चल रहा है, किसानी अंदोलन चल रहा है। मैनूं एक पत्रकार कहता जी आम लोगों का सवाल है ये फंड कित्थों आउंदा है? मैं कहा फंड आउंदा ननकाणा साहब तो, जिहड़ा बाबे ने मंडी चूड़काणे विच 20 रुपइयां का सौदा कीता है ना, उस सौदे च मुनाफा ही इन्ना है जिन्ना मर्जी खर्ची जाइए मुकदा ही नहीं। ये फंड उत्थों आउंदा है। देगां वाले सदा रज के खांदे ने, क्योंकि सरकार दा मूँह पै गया सी। धारा 377 खत्म हो गई, कोई नहीं बोलिया जी। नोटबंदी हो गई, कोई नहीं बोलिया जी। पर इन्हां नूं ये नहीं पता कि पंजाब जिहड़ा ना, अंग्रेज भी 100 साल बाद पंजाब च वड़ सके सन। पूरा भारत उन्होंने गुलाम कर लिया सी, पर पंजाब आउण च उन्होंने फिर भी 100 साल का समा लगा सी। एक गुरुआं दे नां ते पंजाब वसदा है। बाद च हरियाणा हिमाचल निकलिया, आपां सारे पंजाब दा अंग हां। ते इस पंजाब की धरती ते गुरुआं दी ऐसी बख्शिश है, इत्थे देग ते तेग दा सदा सुमेल रहा है। कहते देगां वाले सदा रज के खांदे ने, तेगां वाले सदा आबाद होए। सानू बख्शी आज़ादी, किरपान ने वे चरखा कत के नहीं असी आज़ाद होए। ये गुरु गोबिंद सिंह महाराज सच्चे पातशाह जी की कुर्बानी नूं हिंदुस्तान की जनता, हिंदुस्तान के लोग जिहड़े ने कदी भुल नहीं सकते। जे वो इस दुनिया ते आके एक कौतक ना करते तो ये अनेकता वाले धर्म अज नहीं सन होने। भावें कि इस मुल्क के अंदर RSS वर्गियां संस्थावां, जथेबंदियां जिन्हां दा इक्को एक नुकाती प्रोग्राम है घट गिणतियां नूं खत्म करना, पर गुरु का जिहड़ा खालसा है, जिहड़ा पंजाब तो पैदा होया, अज पूरे वर्ल्ड दे विच खालसे का बोलबाला। मैनूं अक्सर बाहरलियां कंट्रियां विच जाण दा भी सुभाग प्राप्त हुंदा है। कनेडा वर्गे मुल्क विच 20 ਤੋਂ 22 मैंबर पार्लीमेंट साबत सूरत गुरसिख, कनेडा की कैबिनेट के अंदर सब तो अहम अहुदा होंदा डिफेंस मिनिस्टर का,
वो साडा साबत सूरत गुरसिख कनेडा की ओपोजिशन पार्टी विरोधी धिर का लीडर सरदार जगमीत सिंह जो ठीकरीवाल पिंड बरनाले तो वो भी साबत सूरत गुरसिख होर किन्नियां कंट्रियां ने जिथों के मेयर जिथों के मैंबर पार्लीमेंट राजनीतिक दे विच बड़े बड़े उच्चे अहुदे गुरु के खालसे ने प्राप्त किए ने। ये गुरुआं की कृपा है। सो आप सारी संगत नूं सहबे कमाल धन गुरु गोबिंद सिंह महाराज सच्चे पातशाह जी के पावन प्रकाश गुरपुरब दियां लख लख वधाइयां। समूह संगत का धन गुरु ग्रंथ साहिब महाराज सच्चे पातशाह का समूह प्रबंधक जनां का बहुत बहुत धन्यवाद। गुरु साहब कृपा करन आपां सारे गुरु गोबिंद सिंह महाराज सच्चे पातशाह के दर्शाए हुए मार्ग ते चलण का यतन करिए, क्योंकि महाराज बाणी चाहते ने गुरसिख मीत चलो गुर चाली, जो गुर कहे सोई भल मानो, हर हर कथा निराली। गुरु के दसे उपदेश ते तुरीए, फिर साडे मनाए हुए पुरब सफले होणगे। आप सारिया संगतां नूं बेनती है, जो एक किसानी संघर्ष चल रहा है ये विच सारे अपना बनदा योगदान पाओ। तन करके मन करके धन करके सोशल मीडिया राही पोस्टां पा के इस संघर्ष नूं आपां इसे तरह लामबंद होकर लड़ना है। तो इस समय की हकूमत नूं झुकना पएगा, क्योंकि गुरु का जिहड़ा खालसा जदों अरदास करके तुर पैंदा है फिर कदी पिछां हटदा ही नहीं। क्योंकि आंदे ने एक वारी महाराष्ट्र के शहर पुणे की यूनीवर्सिटी एक सिख ते एक मराठियां का लड़का आपस गल्लां कर रहे सन। वो मराठियां का मुंडा कहंदा भाई तुहानूं पता है सानू मराठे क्यों कहंदे ने, क्योंकि मराठा कौम बड़ी जुझारू कौम है। कहंदा जदों असीं मैदाने जंग नूं चढ़ पईए ना, भावें कोई गोली चले भावें तोप चले, असीं पिछा नहीं कदी हटदे जिन्ना चिर मर ना जाइए। असीं मर के हटने आ, लोग सानू मराठे कहंदे ने। तो सिख गुरसिख वीर आंदा भाई असीं मर के भी नहीं हटदे। साडा बाबा 85 वरियां दा अपना सिर तली ते धर के तुर पैंदा है, असीं मर के भी नहीं हटदे। ये कौम है। गुरु महाराज कृपा करन आप सारियां दे घर परिवारां च महाराज गुरसिੱਖੀ जीवन नामदान चढ़दी कला बख्शण। भुलां चुकां दी खिमा मान सम्मान लई आप सारियां दा धन्नवाद। बख्शिश कीती गुर फतेह दी सांझ करो जी। वाहिगुरू जी का खालसा